इन्हां मुद्दों से सहमति नहीं बन सकी। पिछले लंबे समय तो 7वें गेड़ की मीटिंग है जिहड़ी बेसिटा रही। की लगता है इहदे च किसान जथेबंदियां जिम्मेवार है जां केंद्र सरकार की टाल मटोल की नीति है? मैनूं कोई अचंभा नहीं लग रहा क्योंकि सरकार की जिहड़ी नीयत ते मनशा हैगी है वो बिल्कुल साफ नहीं हैगी। वो सरकार सिर्फ जिहड़ी नीति ये हैगी है कि किसानां नूं थकाओ ते भजाओ। वो लंबा किसी ना किसी तरह संघर्ष नूं खिंच के इन्हां नूं तोड़ कर लांगे वाह कर लांगे कि अपने आप खत्म हो जाएगा। ये इस नीति ते चल रही हैगी है। ठीक है, तुहाडीਆਂ चिंतावां सारियां एक अपनी थां ते बिल्कुल ठीक भी ने, पर सरकार दे भी कोई लिमिटेड रिसोर्सिस हुंदे ने, कोई होर बहुत पक्ष हुंदे ने जिन्हां नूं बंदे देखना हुंदा। पिछले जिहड़ी मीटिंग होई सी ਉਹਦੇ ਵਿੱਚ ਜਿਹੜੀਆਂ ਪ੍ਰਮੁੱਖ ਮੰਗਾਂ ਸੀਗੀਆਂ ਕਿਸਾਨ ਜਥੇਬੰਦੀਆਂ ਦੀਆਂ, ਉਹਨਾਂ ਦੇ ਉੱਤੇ ਸਹਿਮਤੀ ਬਣੀ। ਉਹਨਾਂ ਦੇ ਉੱਤੇ ਜਿਹੜਾ ਉਹਦਾ ਨਤੀਜਾ ਇਹ ਨਿਕਲਿਆ ਵੀ ਬਿਜਲੀ ਦਾ ਕਾਨੂੰਨ ਹੈ ਜਾਂ ਤੁਹਾਡਾ ਜਿਹੜਾ ਪਰਾਲੀ ਦਾ ਜਾਂ এনवायरमेंट ਦਾ ਹੈਗਾ, ਉਹਦੇ ਵਿੱਚ ਕਿਸਾਨਾਂ ਨੂੰ ਇਹਦੇ ਤੋਂ ਬਾਹਰ ਰੱਖਿਆ ਜਾਵੇ, ਬਾਹਰ ਰੱਖਿਆ ਗਿਆ। ਸੋ ਗੱਲ ਜਿਹੜੀ ਬਾਕੀ ਆ ਕੇ ਢੁਕਦੀ ਹੈ ਉਹ ਹੁਣ ਆਪਾਂ ਇੱਕ ਪਾਸੇ ਕਹੀਏ ਵੀ ਜਿੱਦ ਫੜ ਲਈ ਹੋਈ ਹੈ ਕਿ ਇਹ ਕਾਲੇ ਕਾਨੂੰਨ ਹੀ ਨੇ ਤਿੰਨੇ ਔਰ ਤਿੰਨਾਂ ਨੂੰ ਵਾਪਸ ਹੀ ਕਰਨਾ, ਇਹਦੇ ਤੋਂ ਥੱਲੇ ਕੋਈ ਗੱਲ ਨਹੀਂ ਕਰਨੀ। ਜਦੋਂ ਕਿ ਉਹਨਾਂ ਨੇ ਕਿਹਾ ਸਰਕਾਰ ਨੇ ਵੀ ਤੁਸੀਂ ਕਲੌਜ਼ ਬਾਈ ਕਲੌਜ਼ ਸਾਡੇ ਨਾਲ ਡਿਸਕਸ ਕਰ ਰਹੇ ਹੋ ਔਰ ਉਹਦੇ ਵਿੱਚ ਜਿਹੜੇ ਚੀਜ਼ ਦੀ ਪ੍ਰੋਬਲਮ ਲੱਗਦੀ ਹੈ ਆਪਾਂ ਉਹਦੇ 'ਚ ਸੁਧਾਰ ਕਰਨ ਲਈ ਬਿਲਕੁਲ ਤਿਆਰ ਬੈਠੇ ਹਾਂ। ਤੁਸੀਂ ਜਿਵੇਂ ਕਹੋਗੇ ਉਵੇਂ ਸੁਧਾਰ ਕਰ ਰਹੇ ਨੇ। ਸਿੱਧੂ ਸਾਹਿਬ, ਗੱਲ ਇਹ ਹੈ ਕਿ ਜਿੰਨਾ ਇਹ ਇੰਪੋਰਟੈਂਟ ਮੁੱਦਾ ਹੈ ਤੇ ਜਿਸ ਤਰ੍ਹਾਂ ਦਾ ਸੰਘਰਸ਼ ਚੱਲ ਰਿਹਾ ਹੈ, ਗੱਲ ਤਾਂ ਨੀਤ ਅਤੇ ਨੀਤੀ ਦੀ ਹੈ। ਜਦੋਂ ਤੱਕ ਜਿਹੜੀ ਮਿਹਨਤ ਹੈ ਕੇਂਦਰ ਸਰਕਾਰ ਹੈ ਆਪਦੀ ਨੀਤੀ ਅਤੇ ਨੀਤ ਨੂੰ ਸਿੱਧਾ ਨਹੀਂ ਕਰਦੀ, ਇਸ ਤਰ੍ਹਾਂ ਹੀ ਗੱਲ ਅਟਕਾ ਜੰਮਦੀ ਰਹੂਗੀ। ਕਦੇ ਕਮੇਟੀ ਬਣ ਗਈ, ਕਦੇ ਕਮਿਸ਼ਨ ਬਣ ਗਿਆ। ਨਜ਼ਰੀਆ ਦੀ ਜਿਵੇਂ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਕੇਂਦਰ ਸਰਕਾਰ ਤੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵਿਚਕਾਰ ਅੱਜ 7ਵੇਂ ਗੇੜ ਦੀ ਜਿਹੜੀ ਮੀਟਿੰਗ ਹੈ ਉਹ ਵੀ ਬੇਸਿੱਟਾ ਰਹੀ। ਮੁੱਖ ਤੌਰ ਤੇ ਮੀਟਿੰਗ ਦੇ ਅੰਦਰ ਜਿਹੜੇ ਮੁੱਦੇ ਤੇ ਚਰਚਾ ਹੋਈ, ਕੇਂਦਰ ਦੇ ਮੰਤਰੀ ਵੱਲੋਂ ਕਿਹਾ ਗਿਆ ਕਿ ਜਿਹੜੇ ਖੇਤੀ ਦੇ ਕਾਨੂੰਨ ਹੈ ਉਹਨਾਂ ਦੇ ਬਾਰੇ 'ਚ ਆਪਾਂ ਇਕੱਲੇ ਮੁੱਦੇ ਤੇ ਚਰਚਾ ਕਰੀਏ, ਉਸ ਤੋਂ ਬਾਅਦ ਦੇਖੀਏ ਸਹਿਮਤੀ ਹੋ ਸਕਦੀ ਹੈ। ਪਰ ਕਿਸਾਨ ਜਥੇਬੰਦੀਆਂ ਦਾ ਕਹਿਣਾ ਸੀ ਕਿ ਪਿਛਲੇ ਕਈ ਮਹੀਨਿਆਂ ਤੋਂ ਆਪਾਂ ਇਸ ਮੁੱਦੇ ਤੇ ਬਹਿਸ ਕਰਦੇ ਆ ਰਹੇ ਹਾਂ, ਹੁਣ ਬਹਿਸ ਦੀ ਜ਼ਰੂਰਤ ਨਹੀਂ ਹੈ। ਇਹ ਤਿੰਨੇ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਹੈ ਤੇ ਫਸਲਾਂ ਦੀ ਜਿਹੜੀ MSP ਹੈ ਘੱਟੋ ਘੱਟ ਸਹਾਇਕ ਕੀਮਤ ਜਿਹਨੂੰ ਆਪਾਂ ਆਖਦੇ ਹਾਂ, ਉਹਦੇ ਉੱਤੇ ਕਾਨੂੰਨੀ ਤੌਰ ਤੇ ਮਾਨਤਾ ਮਿਲਣੀ ਚਾਹੀਦੀ ਹੈ। ਦੋਨੇ ਧਿਰਾਂ ਵੱਲੋਂ ਇਸ ਮੁੱਦੇ ਤੇ ਤਾਂ ਕੋਈ ਸਹਿਮਤੀ ਹੋ ਨਹੀਂ ਸਕੀ। ਇਸੇ ਕਰਕੇ ਜਿਹੜੀ ਅਗਲੇ ਗੇੜ ਦੀ ਮੀਟਿੰਗ ਹੈ ਉਹ 8 ਜਨਵਰੀ ਦੀ ਤੈਅ ਹੋ ਗਈ ਹੈ। ਇਹ ਤੇ ਜ਼ਰੂਰ ਸਹਿਮਤੀ ਹੋਈ ਹੈ, ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਜਿਸ ਤਰੀਕੇ ਦੇ ਨਾਲ ਇਸ ਮੁੱਦੇ ਤੇ ਖੜੋਤ ਬਣੀ ਹੋਈ ਹੈ, ਕੀ 8 ਜਨਵਰੀ ਦੀ ਮੀਟਿੰਗ ਕੋਈ ਸਾਰਥਕ ਹੱਲ ਕੱਢ ਸਕੇਗੀ? ਅੱਜ ਦੀ ਮੀਟਿੰਗ ਦੇ ਵਿੱਚ ਕਿਉਂ ਨਹੀਂ ਬਣੀ ਸਹਿਮਤੀ? ਇਸ ਮੁੱਦੇ ਤੇ ਵੀ ਬਹੁਤ ਸਾਰੇ ਜਿਹੜੇ ਸਵਾਲ ਹੈ ਸੰਬੰਧਿਤ ਧਿਰਾਂ ਵੱਲੋਂ ਉਠਾਏ ਜਾ ਰਹੇ ਹੈ। ਇਹਨਾਂ ਮੁੱਦਿਆਂ ਤੇ ਮੇਰੇ ਨਾਲ ਜਿਹੜਾ ਪੈਨਲ ਤੇ ਖਾਸ ਮਹਿਮਾਨ ਇਸ ਵੇਲੇ ਜਿਹੜੇ ਜੁੜ ਚੁੱਕੇ ਹੈ, ਸੁਰਜੀਤ ਸਿੰਘ ਸਵੈਜ ਜੀ ਕਾਂਗਰਸ ਪਾਰਟੀ ਦੇ ਬੁਲਾਰੇ ਨੇ, ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਗੁਰਪ੍ਰੀਤ ਸਿੰਘ ਢਿੱਲੋਂ ਨੇ। ਇਸੇ ਤਰੀਕੇ ਨਾਲ ਅਮਰੀਕਾ ਤੋਂ ਸਾਡੇ ਆਰਥਿਕ ਮਾਮਲਿਆਂ ਤੇ ਖੇਤੀ ਮਾਮਲਿਆਂ ਦੇ ਜਿਹੜੇ ਮਾਹਰ ਨੇ ਡਾਕਟਰ ਗਿਆਨ ਸਿੰਘ, ਉਹ ਵੀ ਸਾਡੇ ਨਾਲ ਜੁੜ ਚੁੱਕੇ ਹੈ। ਤਿੰਨੇ ਮਹਿਮਾਨਾਂ ਨੂੰ ਪੈਨਲ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਜੀ ਆਖਦਾ ਵੈਲਕਮ ਕਰਦਾ। ਡਾਕਟਰ ਗਿਆਨ ਸਿੰਘ ਜੀ, ਆਰਥਿਕ ਤੇ ਖੇਤੀ ਮਾਮਲਿਆਂ ਦੇ ਮਾਹਰ ਹੋਣ ਦੇ ਨਾਤੇ ਮੈਂ ਪਹਿਲਾ ਸਵਾਲ ਤੁਹਾਡੇ ਤੋਂ ਲੈਣ ਲੱਗਿਆ ਹਾਂ। ਕਿਸਾਨ ਜਥੇਬੰਦੀਆਂ ਅਤੇ ਕੇਂਦਰ ਦੇ ਮੰਤਰੀਆਂ ਵਿਚਕਾਰ ਅੱਜ ਜਿਹੜੀ ਮੀਟਿੰਗ ਹੈ ਉਹ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕੀ। ਮੁੱਦੇ ਉਹੀ ਸੀਗੇ, ਤਿੰਨੇ ਖੇਤੀ ਕਾਨੂੰਨ ਰੱਦ ਕਰਾਉਣ ਦੀ ਗੱਲ ਤੇ MSP ਦੇ ਸਹਿਮਤੀ ਦੇ ਉੱਤੇ। ਕੇਂਦਰ ਵੱਲੋਂ ਕਿਹਾ ਗਿਆ ਕਿ ਇਸ ਮੁੱਦੇ ਦੇ ਤੇ ਅਸੀਂ ਜਿਹੜੀਆਂ ਹੋਰ ਕਿਸਾਨ ਜਥੇਬੰਦੀਆਂ ਉਹਨਾਂ ਦੇ ਨਾਲ ਵੀ ਚਰਚਾ ਕਰਕੇ ਆਪਾਂ ਅਗਲੇ ਗੇੜ 'ਚ ਗੱਲਬਾਤ ਕਰਾਂਗੇ। ਪਰ ਮੋਟੇ ਤੌਰ ਤੇ ਜੇ ਆਪਾਂ ਕਹੀਏ ਤਾਂ ਗੱਲਬਾਤ ਜਿਹੜੀ ਹੈਗੀ ਹੈ ਬੇਸਿੱਟਾ ਰਹੀ। ਡਾਕਟਰ ਸਾਹਿਬ, ਇਸ ਮੁੱਦੇ ਤੇ ਕੀ ਕਹਿਣਾ ਚਾਹੋਗੇ? ਸਿੱਧੂ ਸਾਹਿਬ, ਗੱਲ ਇਹ ਹੈ ਕਿ ਜਿੰਨਾ ਇਹ ਇੰਪੋਰਟੈਂਟ ਮੁੱਦਾ ਹੈ ਤੇ ਜਿਸ ਤਰ੍ਹਾਂ ਦਾ ਸੰਘਰਸ਼ ਚੱਲ ਰਿਹਾ ਹੈ, ਗੱਲ ਤਾਂ ਨੀਤ ਅਤੇ ਨੀਤੀ ਦੀ ਹੈ। ਜੇ ਨੀਤ ਅਤੇ ਨੀਤੀ ਸਿੱਧੀ ਹੋਵੇ ਫਿਰ ਸਿਰਫ ਜਿਹੜਾ ਹੈਗਾ ਇਹ ਮੰਗਾਂ ਤੱਕ ਹੀ ਸੀਮਤ ਨਹੀਂ, ਕਿਉਂਕਿ ਕਿਸਾਨ ਸੰਘਰਸ਼ ਨੇ ਜਿਹੜਾ ਹੁਣ ਲੋਕ ਸੰਘਰਸ਼ ਬਣ ਚੁੱਕਿਆ, ਜਨ ਅੰਦੋਲਨ ਬਣ ਚੁੱਕਿਆ, ਇਹਨੇ ਬਹੁਤ ਵੱਡੇ ਸੁਨੇਹੇ ਦਿੱਤੇ ਨੇ। ਉਹ ਸੁਨੇਹੇ ਸੰਘੀ ਢਾਂਚੇ ਦੇ ਨੇ, ਆਰਥਿਕ ਵਿਕਾਸ ਮਾਡਲ ਦੇ ਨੇ, ਸਮਾਜਿਕ ਸੱਭਿਆਚਾਰਕ ਰਿਸ਼ਤਿਆਂ ਦੇ ਨੇ, ਇਹ ਰਾਜਸੀ ਅਤੇ ਬੌਧਿਕ ਪ੍ਰਦੂਸ਼ਣ ਦੇ ਨੇ। ਇਸ ਤਰ੍ਹਾਂ ਹੋਰ ਬਹੁਤ ਸੁਨੇਹੇ ਹੈਗੇ। ਇਸ ਲਈ ਜਦੋਂ ਤੱਕ ਸਰਕਾਰ ਦੀ ਨੀਤ ਸਾਫ਼ ਨਹੀਂ ਹੁੰਦੀ
ਕਿ ਉਹ ਗੱਲ ਕਰਨਾ ਚਾਹੁੰਦੀ ਹੈ। ਇਹ ਤੇ ਬਹੁਤ ਹੀ ਛੋਟੀ ਜਿਹੀ ਗੱਲ ਹੈਗੀ ਜਿਹੜੀ ਮੰਨਣੀ ਹੈ। ਇਹਨੂੰ ਮੰਨਣ 'ਚ ਵੀ ਉਹਨਾਂ ਨੂੰ ਬਹੁਤ ਔਖ ਆ ਰਹੀ ਹੈ। ਇਸ ਲਈ ਜਿਹੜੀ ਇਹ ਗੱਲ ਹੈ ਟੁੱਟ ਰਹੀ ਹੈ, ਕਿਉਂਕਿ ਉਹਨਾਂ ਨੂੰ ਡਿਸਕਸ਼ਨ ਲਈ ਤਾਂ ਜਿਹੜਾ ਹੈਗਾ ਪਹਿਲਾਂ ਹੀ ਲੰਬਾ ਟਾਈਮ ਤੋਂ ਡਿਸਕਸ਼ਨ ਚੱਲ ਰਹੀ ਹੈ ਨਾ ਮੁੱਦਿਆਂ ਤੇ ਸਾਰਾ ਕੁਝ ਕ੍ਰਿਸਟਲ ਕਲੀਅਰ ਹੈਗਾ ਕਿ ਇਹ ਕਿਸਾਨ, ਖੇਤ ਮਜ਼ਦੂਰ, ਪਿੰਡੂ ਕਾਰੀਗਰਾਂ ਨੂੰ ਉਜਾੜਨਗੇ। ਕਾਰਪੋਰੇਟਸ ਦਾ ਜਿਹੜਾ ਕਬਜ਼ਾ ਇੱਧਰ ਨੂੰ ਆਊਗਾ ਤੇ ਮੁੜ ਕੇ ਦੇਸ਼ ਲਈ ਫੂਡ ਸਿਕਿਉਰਿਟੀ ਦੀ ਪ੍ਰੋਬਲਮ ਹੋ ਜਾਊਗੀ। ਤੇ ਮੈਂ ਕੱਲ ਇੱਕ ਬਿਆਨ ਪੜ੍ਹ ਰਿਹਾ ਸੀ ਨਿਤਨ ਗਡਕਰੀ ਉਹਨਾਂ ਦਾ, ਉਹ ਤਾਂ ਕਹਿੰਦੇ ਵੀ MSP ਹੈ ਜਿਹੜੀ ਉਹ ਹਲੇ ਵੀ ਮਾਰਕੀਟ ਪ੍ਰਾਈਸ ਨਾਲੋਂ ਜ਼ਿਆਦਾ ਹੈਗੀ। ਉਹ ਪਹਿਲਾਂ ਵੀ ਕਹਿੰਦੀ ਇਹ ਖਤਰਾ ਹੈ ਮਾਰਕੀਟ ਲਈ। ਸਾਨੂੰ ਮਾਰਕੀਟ ਦੇਖਣੀ ਚਾਹੀਦੀ ਹੈ ਕਿ ਸਾਨੂੰ ਕਿਰਤੀ ਲੋਕ ਦੇਖਣੇ ਚਾਹੀਦੇ ਆ, ਜਿਹੜੇ ਲੋਕ ਸਾਡਾ ਢਿੱਡ ਭਰਦੇ ਆ ਉਹ ਦੇਖਣੇ ਚਾਹੀਦੇ ਆ। ਇਸ ਲਈ ਜਦੋਂ ਤੱਕ ਜਿਹੜੀ ਮਿਹਨਤ ਹੈ ਕੇਂਦਰ ਸਰਕਾਰ ਹੈ ਆਪਦੀ ਨੀਤੀ ਅਤੇ ਨੀਤ ਨੂੰ ਸਿੱਧਾ ਨਹੀਂ ਕਰਦੀ, ਇਸ ਤਰ੍ਹਾਂ ਹੀ ਗੱਲ ਅਟਕਾ ਜੰਮਦੀ ਰਹੂਗੀ। ਕਦੇ ਕਮੇਟੀ ਬਣ ਗਈ, ਕਦੇ ਕਮਿਸ਼ਨ ਬਣ ਗਿਆ, ਉਹ ਡਿਲੇ ਕਰਨ ਦੇ ਟੈਕਸ ਹੁੰਦੇ ਨੇ। ਪਰ ਦੇਸ਼ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ, ਲੋਕਾਂ ਦੇ ਸੰਘਰਸ਼ ਨੂੰ ਦੇਖਦੇ ਹੋਏ, ਦੇਸ਼ ਦੀਆਂ ਲੋੜਾਂ ਨੂੰ ਦੇਖਦੇ ਹੋਏ ਇਹਨੂੰ ਜਲਦੀ ਤੋਂ ਜਲਦੀ ਮੰਨ ਕੇ ਸਗੋਂ ਇਸ ਤੋਂ ਅੱਗੇ ਚੱਲਦੇ ਹੋਏ, ਕਈ ਕਦਮ ਅੱਗੇ ਜਾਂਦੇ ਹੋਏ ਉਹਨਾਂ ਦਾ ਇੱਕ ਘੱਟੋ ਘੱਟ ਆਮਦਨ ਦਾ ਪੱਧਰ ਉਹ ਅਸ਼ੋਰ ਕਰਨ ਦਾ ਰੌਲਾ ਹੈਗਾ। ਕਿਉਂਕਿ 50% ਪਾਪੂਲੇਸ਼ਨ ਖੇਤੀਬਾੜੀ ਤੇ ਨਿਰਭਰ ਹੈ, ਜਿਹਨੂੰ ਰਾਸ਼ਟਰੀ ਆਮਦਨ ਚੋਂ ਸਿਰਫ 16% ਦਿੱਤਾ ਜਾਂਦਾ ਹੈਗਾ। ਇਸ ਲਈ ਜਿਹੜੇ ਲੋਕਾਂ ਨੂੰ ਭੁਲੇਖੇ ਨੇ ਇਹਨਾਂ ਬਾਰੇ, ਉਹ ਭੁਲੇਖੇ ਦੂਰ ਕਰਨ ਤੇ ਇਹਨਾਂ ਨੂੰ ਵੀ ਇਨਸਾਨ ਸਮਝਦੇ ਹੋਏ ਇੱਕ ਘੱਟੋ ਘੱਟ ਜੀਵਨ ਪੱਧਰ ਦੇਣ। ਜੀ ਡਾਕਟਰ ਸਾਹਿਬ, ਮੈਂ ਵਾਪਸ ਆਵਾਂਗਾ ਤੁਹਾਡੇ ਕੋਲ ਇਸ ਮੁੱਦੇ ਤੇ। ਸਵੈ ਸਾਹਿਬ, ਅੱਜ ਦੀ ਮੀਟਿੰਗ ਬਾਰੇ ਤੁਸੀਂ ਵੀ ਜਿੱਦਾਂ ਡਾਕਟਰ ਗਿਆਨ ਸਿੰਘ ਉਹਨਾਂ ਨੇ ਕਿਹਾ ਕਿ ਮੀਟਿੰਗ ਬੇਸਿਕ ਆ ਰਹੀ, ਮੁੱਖ ਦੋ ਹੀ ਗੱਲਾਂ, ਤਿੰਨੇ ਖੇਤੀ ਕਾਨੂੰਨ ਰੱਦ ਕਰਾਉਣ ਦੀ ਗੱਲ ਤੇ MSP ਦੀ ਗੱਲ। ਇਹਨਾਂ ਮੁੱਦਿਆਂ ਤੇ ਸਹਿਮਤੀ ਨਹੀਂ ਬਣ ਸਕੀ। ਪਿਛਲੇ ਲੰਬੇ ਸਮੇਂ ਤੋਂ 7ਵੇਂ ਗੇੜ ਦੀ ਮੀਟਿੰਗ ਹੈ ਜਿਹੜੀ ਬੇਸਿੱਟਾ ਰਹੀ। ਕੀ ਲੱਗਦਾ ਹੈ ਇਹਦੇ 'ਚ ਕਿਸਾਨ ਜਥੇਬੰਦੀਆਂ ਜ਼ਿੰਮੇਵਾਰ ਹੈ ਜਾਂ ਕੇਂਦਰ ਸਰਕਾਰ ਦੀ ਟਾਲ ਮਟੋਲ ਦੀ ਨੀਤੀ ਹੈ? ਕਿਉਂਕਿ ਅੱਜ ਵੀ ਖੇਤੀਬਾੜੀ ਮੰਤਰੀ ਨੇ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਦੇਸ਼ ਦੇ ਜਿਹੜੀਆਂ ਹੋਰ ਕਿਸਾਨ ਜਥੇਬੰਦੀਆਂ ਜਾਂ ਹੋਰ ਕਿਸਾਨ, ਕਿਉਂਕਿ ਪੂਰੇ ਦੇਸ਼ ਦੇ ਲਈ ਕਾਨੂੰਨ ਲਾਗੂ ਹੋਣੇ ਹੈ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਸ ਤੋਂ ਬਾਅਦ 8 ਜਨਵਰੀ ਦੀ ਮੀਟਿੰਗ 'ਚ ਦੁਬਾਰਾ ਮਿਲਦੇ ਹਾਂ। ਜੀ ਸਰ ਜੀ। ਸਿੱਧੂ ਸਾਹਿਬ, ਅੱਜ ਦੀ ਜਿਹੜੀ ਮੀਟਿੰਗ ਹੈ ਇਹ ਜਿਹੜਾ ਬੇਸਿੱਟਾ ਰਹੀ ਹੈਗੀ ਹੈ, ਮੈਨੂੰ ਕੋਈ ਅਚੰਭਾ ਨਹੀਂ ਲੱਗ ਰਿਹਾ, ਕਿਉਂਕਿ ਸਰਕਾਰ ਦੀ ਜਿਹੜੀ ਨੀਅਤ ਤੇ ਮਨਸ਼ਾ ਹੈਗੀ ਹੈ ਉਹ ਬਿਲਕੁਲ ਸਾਫ਼ ਨਹੀਂ ਹੈਗੀ। ਉਹ ਸਰਕਾਰ ਸਿਰਫ ਜਿਹੜੀ ਨੀਤੀ ਉਹਦੀ ਇਹ ਹੈਗੀ ਹੈ ਕਿ ਕਿਸਾਨਾਂ ਨੂੰ ਥਕਾਓ ਤੇ ਭਜਾਓ। ਉਹ ਲੰਬਾ ਕਿਸੇ ਨਾ ਕਿਸੇ ਤਰ੍ਹਾਂ ਸੰਘਰਸ਼ ਨੂੰ ਖਿੱਚ ਕੇ ਇਹਨਾਂ ਨੂੰ ਤੋੜ ਕਰ ਲਾਂਗੇ, ਵਾਹ ਕਰ ਲਾਂਗੇ ਕਿ ਆਪਣੇ ਆਪ ਖਤਮ ਹੋ ਜਾਏਗਾ। ਇਹ ਇਸ ਨੀਤੀ ਤੇ ਚੱਲ ਰਹੀ ਹੈਗੀ ਹੈ। ਉਹਦਾ ਕਾਰਨ ਹੈ ਜੀ, ਕਾਰਨ ਇਹ ਹੈਗਾ ਜਿਵੇਂ ਹੁਣੇ ਡਾਕਟਰ ਗਿਆਨ ਸਿੰਘ ਨੇ ਕਿਹਾ ਹੈ, ਨਿਤਨ ਗਡਕਰੀ ਜੀ ਦਾ ਬਿਆਨ ਕੱਲ੍ਹ ਦਾ, ਆ ਮੇਰੇ ਅੱਗੇ ਅਖਬਾਰ ਪਿਆ ਜੀ। ਇਹ ਅੱਜ ਦਾ ਅਖਬਾਰ ਦੇ ਵਿੱਚ, ਇੰਡੀਅਨ ਐਕਸਪ੍ਰੈਸ ਦੇ ਵਿੱਚ, RD ਐਕਸਚੇਂਜ ਦੇ ਵਿੱਚ ਲੰਬੀ ਚੌੜੀ ਇੰਟਰਵਿਊ ਹੈਗੀ ਹੈ ਨਿਤਨ ਗਡਕਰੀ ਜੀ ਦੀ, ਜੋ ਕਿ ਇੱਕ ਸੀਨੀਅਰ ਮੰਤਰੀ ਨੇ ਆਪਣੇ ਉਹਦੇ ਵਿੱਚ ਜਿਹੜੀ ਕੇਂਦਰ ਦੀ ਹੈਗੀ ਕੈਬਨਿਟ ਦੇ ਵਿੱਚ। ਉਹ ਕਹਿੰਦੇ ਨੇ ਰੂਟ ਕਾਜ਼ ਆਫ ਦੀ ਪ੍ਰੋਬਲਮ ਇਜ਼ ਸਰਪਲਸ ਫੂਡ ਗ੍ਰੇਨਸ ਐਂਡ ਹਾਇਰ MSP ਦੈਨ ਦੀ ਮਾਰਕੀਟ ਪ੍ਰਾਈਸ। ਮਤਲਬ ਪੰਜਾਬੀ ਜੇ ਆਪਾਂ ਕਹੀਏ ਕਿ ਸਮੱਸਿਆ ਦਾ ਜਿਹੜਾ ਸਾਰੀ ਬਿਮਾਰੀ ਹੈ, ਜੜ ਹੈਗੀ ਹੈ, ਉਹ ਸਾਡੇ ਕੋਲ ਜੋ ਅਨਾਜ ਦਾ ਭੰਡਾਰ ਪਿਆ ਫਾਲਤੂ, ਉਹ ਤੇ ਸਾਡੀ ਜਿਹੜੀ MSP ਹੈਗੀ ਹੈ, ਜਿਹੜੀ ਮਾਰਕੀਟ ਪ੍ਰਾਈਸ ਨਾਲੋਂ ਕਿਤੇ ਜ਼ਿਆਦਾ ਹੈਗੀ ਹੈ, ਜ਼ਿਆਦਾ ਕਹਿ ਰਹੇ ਨੇ। ਤੋ ਜਿੱਥੇ ਗਵਰਨਮੈਂਟ ਦੀ ਇਹ ਨੀਤੀ, ਇਹ ਸੋਚ ਹੋਵੇ ਕਿ ਅਸੀਂ ਕਿਵੇਂ ਇਸ ਖਰੀਦ ਤੋਂ, ਪ੍ਰੋਕਿਉਰਮੈਂਟ ਤੋਂ ਕਿ ਬਾਹਰ ਆਉਣਾ ਹੈ, ਕਿਵੇਂ ਇਸ FCA ਨੂੰ ਖਤਮ ਕਰਨਾ ਹੈ, ਤੇ ਕਿਵੇਂ ਅਸੀਂ ਸਰਕਾਰ ਨੇ ਆ ਜਿਹੜੇ ਕਿਸਾਨਾਂ ਦੇ ਅਨਾਜ ਨੂੰ, ਇਹ ਜਿਹੜੀ ਮਾਰਕੀਟ ਹੈਗੀ ਜਿਹਨੂੰ ਖੁੱਲੀ ਮੰਡੀ ਕਹਿੰਦੇ ਆ, ਕਿ ਉਹਦੇ ਵੱਸ ਕਰਨਾ ਤਾਂ ਕਿ ਅਲਟੀਮੇਟਲੀ ਜਿਹੜਾ ਹੈਗਾ ਸਿਸਟਮ ਸਾਰਾ ਚੇਂਜ ਕਰਨ ਦਾ ਜਿਹੜਾ ਅਲਟੀਮੇਟ ਨਤੀਜਾ ਇਹ ਹੋਏਗਾ ਕਿ ਇਹ ਸਾਰਾ ਕਾਰਪੋਰੇਟ ਦੇ ਵੱਡੇ ਵੱਡੇ ਘਰਾਣੇ ਦੇ ਹੱਥ 'ਚ ਚਲੇ ਜਾਏਗਾ। ਸੋ ਜਦੋਂ ਸਰਕਾਰ ਦੀ ਨੀਤੀ ਇਹ ਹੈਗੀ ਹੈ, ਉਹਨਾਂ ਨੇ ਨੀਤੀ ਬਦਲਣ ਦੀ ਅਜੇ ਸੋਚ ਵੀ ਸੋਚੀ ਹੈਗੀ ਨਹੀਂ, ਤਾਂ ਇਹ ਅੱਜ ਦੀ ਮੀਟਿੰਗ ਸਿੱਟਾ ਜਿਹੜਾ ਹੈਗਾ ਉਹ ਬੇਸਿੱਟਾ ਨਿਕਲਣਾ ਸੀ ਜੀ। ਓਬਵੀਅਸ ਹੈਗਾ, ਇਹ ਸੋ ਓਬਵੀਅਸ ਹੈਗਾ। ਸੋ ਜਿੰਨਾ ਸਰ ਜੀ, ਮੈਂ ਵਾਪਸ ਆਵਾਂਗਾ ਇਸ ਮੁੱਦੇ ਤੇ ਤੁਹਾਡੇ ਕੋਲੇ। ਆਪਾਂ ਸਾਡੇ ਨਾਲ ਕਾਫੀ ਦੇਰ ਤੇ ਇੰਤਜ਼ਾਰ ਕਰ ਰਹੇ ਆ ਭਾਜਪਾ ਦੇ ਬੁਲਾਰੇ ਢਿੱਲੋਂ ਸਾਹਿਬ। ਢਿੱਲੋਂ ਸਾਹਿਬ, ਅੱਜ ਦੀ ਮੀਟਿੰਗ ਦੇ ਬਾਰੇ ਜਿਹੜਾ ਇੱਕ ਆਮ ਜਿਹੜਾ ਇਸ ਗੱਲ ਦੇ ਉੱਤੇ ਇੱਕ ਕਮੈਂਟ ਆ ਰਿਹਾ ਹੈ ਕਿ ਮੀਟਿੰਗ ਬੇਸਿੱਟਾ ਰਹੀ। ਮੀਟਿੰਗ ਤੋਂ ਪਹਿਲਾਂ ਜਿਸ ਤਰ੍ਹਾਂ ਦਾ ਮਾਹੌਲ ਸੀ ਉਹਦੇ ਵਿੱਚ ਕਿਹਾ ਜਾ ਰਿਹਾ ਸੀਗਾ ਕਿ ਅੱਜ ਦੀ ਮੀਟਿੰਗ ਤੋਂ ਬੜੀਆਂ ਉਮੀਦਾਂ, ਪਰ ਮੀਟਿੰਗ ਤੋਂ ਬਾਅਦ ਉਹ ਉਮੀਦਾਂ ਨਜ਼ਰ ਨਹੀਂ ਆ ਰਹੀਆਂ। ਜਿਸ ਤਰ੍ਹਾਂ ਸੁਹੇਜ ਜੀ ਨੇ ਇਸ ਤੇ ਸਵਾਲ ਉਠਾਇਆ ਕਿ ਨੀਅਤ ਜਿਹੜੀ ਹੈਗੀ ਹੈ ਤੇ ਨੇਕ ਨੀਤੀ ਦੇ ਵਿੱਚ ਜਿਹੜਾ ਹੈਗਾ ਫਰਕ ਹੈਗਾ। ਇਸ ਮੁੱਦੇ ਦੇ ਉੱਤੇ ਜੇ ਕੇਂਦਰ ਸਰਕਾਰ ਚਾਹੁੰਦੀ ਤਾਂ ਸਹਿਮਤੀ ਬਣਾ ਸਕਦੀ ਸੀ। ਉਹਨਾਂ ਲੱਗਦਾ ਵੀ ਕਿਤੇ ਕੇਂਦਰ ਦੀ ਨੀਅਤ ਨਹੀਂ ਹੈਗੀ ਇਸ ਮੁੱਦੇ ਤੇ ਸਹਿਮਤੀ ਬਣਾਉਣ ਦੇ ਲਈ। ਜੀ ਢਿੱਲੋਂ ਸਾਹਿਬ। ਸਿੱਧੂ ਸਾਹਿਬ, ਮੈਂ ਬੜੇ ਧਿਆਨ ਨਾਲ ਸੁਣ ਰਿਹਾ ਸੀ ਸਵੈਜ ਸਾਹਿਬ ਦੀ ਗੱਲਬਾਤ ਵੀ, ਤੇ ਡਾਕਟਰ ਗਿਆਨ ਸਿੰਘ ਹੋਣਾ ਦੀ ਵੀ। ਮੈਂ ਬੜੇ ਰਿਸਪੈਕਟਫੁਲੀ ਇਹਨਾਂ ਨੂੰ
ਲੈਣਾ ਹੈ ਕਿ ਬੜੇ ਸੂਝਵਾਨ ਔਰ ਬੜੇ ਉੱਚ ਵਿਚਾਰ ਇਹਨਾਂ ਦੇ ਹੁੰਦੇ ਨੇ ਗਿਆਨ ਸਿੰਘ ਹੋਣਾ ਦੇ। ਜੀ ਜੀ। ਗੱਲ ਇਹ ਹੈ ਕਿ ਠੀਕ ਹੈ, ਤੁਹਾਡੀਆਂ ਚਿੰਤਾਵਾਂ ਸਾਰੀਆਂ ਇੱਕ ਆਪਣੀ ਥਾਂ ਤੇ ਬਿਲਕੁਲ ਠੀਕ ਵੀ ਨੇ, ਪਰ ਸਰਕਾਰ ਦੇ ਵੀ ਕੋਈ ਲਿਮਟਿਡ ਰਿਸੋਰਸਿਸ ਹੁੰਦੇ ਨੇ, ਕੋਈ ਹੋਰ ਬਹੁਤ ਪੱਖ ਹੁੰਦੇ ਨੇ ਜਿਨ੍ਹਾਂ ਨੂੰ ਬੰਦੇ ਦੇਖਣਾ ਹੁੰਦਾ। ਪਿਛਲੇ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਜਿਹੜੀਆਂ ਪ੍ਰਮੁੱਖ ਮੰਗਾਂ ਸੀਗੀਆਂ ਕਿਸਾਨ ਜਥੇਬੰਦੀਆਂ ਦੀਆਂ, ਉਹਨਾਂ ਦੇ ਉੱਤੇ ਸਹਿਮਤੀ ਬਣੀ। ਉਹਨਾਂ ਦੇ ਉੱਤੇ ਜਿਹੜਾ ਉਹਦਾ ਨਤੀਜਾ ਇਹ ਨਿਕਲਿਆ ਵੀ ਬਿਜਲੀ ਦਾ ਕਾਨੂੰਨ ਹੈ ਜਾਂ ਤੁਹਾਡਾ ਜਿਹੜਾ ਪਰਾਲੀ ਦਾ ਜਾਂ ਇਨਵਾਇਰਮੈਂਟ ਦਾ ਹੈਗਾ, ਉਹਦੇ ਵਿੱਚ ਕਿਸਾਨਾਂ ਨੂੰ ਇਹਦੇ ਤੋਂ ਬਾਹਰ ਰੱਖਿਆ ਜਾਵੇ, ਬਾਹਰ ਰੱਖਿਆ ਗਿਆ। ਸੋ ਗੱਲ ਜਿਹੜੀ ਬਾਕੀ ਆ ਕੇ ਢੁਕਦੀ ਹੈ, ਉਹ ਹੁਣ ਆਪਾਂ ਇੱਕ ਪਾਸੇ ਕਹੀਏ ਵੀ ਜਿੱਦ ਫੜ ਲਈ ਹੋਈ ਹੈ ਕਿ ਇਹ ਕਾਲੇ ਕਾਨੂੰਨ ਹੀ ਨੇ ਤਿੰਨੇ, ਔਰ ਤਿੰਨਾਂ ਨੂੰ ਵਾਪਸ ਹੀ ਕਰਨਾ, ਇਹਦੇ ਤੋਂ ਥੱਲੇ ਕੋਈ ਗੱਲ ਨਹੀਂ ਕਰ। ਜਦੋਂ ਕਿ ਉਹਨਾਂ ਨੇ ਕਿਹਾ ਸਰਕਾਰ ਨੇ ਵੀ ਤੁਸੀਂ ਕਲੌਜ਼ ਬਾਈ ਕਲੌਜ਼ ਸਾਡੇ ਨਾਲ ਡਿਸਕਸ ਕਰ ਰਹੇ ਹੋ, ਔਰ ਉਹਦੇ ਵਿੱਚ ਜਿਹੜੀ ਚੀਜ਼ ਦੀ ਪ੍ਰੋਬਲਮ ਲੱਗਦੀ ਹੈ ਆਪਾਂ ਉਹਦੇ 'ਚ ਸੁਧਾਰ ਕਰਨ ਲਈ ਬਿਲਕੁਲ ਤਿਆਰ ਬੈਠੇ ਆ। ਤੁਸੀਂ ਜਿਵੇਂ ਉਵੇਂ ਸੁਧਾਰ ਕਰ ਰਹੇ ਨੇ, ਪਰ ਹੁਣ ਗੱਲ ਗੁਰਬੀਰ ਜੀ ਮੈਂ ਤੁਹਾਨੂੰ ਵਿੱਚੋਂ ਟੋਕਣਾ ਚਾਹਾਂਗਾ, ਉਸ ਤੋਂ ਬਗੈਰ ਹੀ ਗੱਲ ਨਹੀਂ ਕਰਨੀ। ਗੁਰਬੀਰ ਜੀ ਆਈ ਸੌਰੀ ਕਿ ਤੁਹਾਨੂੰ ਵਿੱਚੋਂ ਜਿਹੜਾ ਮੈਂ ਟੋਕ ਰਿਹਾ, ਜਿਸ ਮੁੱਦੇ ਤੇ ਉਹਨਾਂ ਦਾ ਕਹਿਣਾ ਕਿਸਾਨ ਜਥੇਬੰਦੀਆਂ ਦਾ ਕਿ ਅਸੀਂ ਪਹਿਲੇ ਦਿਨ ਤੋਂ, ਜਿਸ ਦਿਨ ਤੋਂ ਪੰਜਾਬ ਤੋਂ ਤੁਰੇ ਆ, ਕੇਂਦਰ ਦੇ ਵਿੱਚ ਆਏ ਆ, ਦਿੱਲੀ ਦੇ ਬਾਰਡਰ ਤੇ ਬੈਠੇ ਆ, ਇੱਕੋ ਹੀ ਮੁੱਦਾ ਕਿ ਤਿੰਨੇ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਹੈ, MSP ਦੀ ਕਾਨੂੰਨੀ ਗਰੰਟੀ ਮਿਲਣੀ ਚਾਹੀਦੀ ਹੈ। ਇਹ ਮੇਨ ਜਿਹੜਾ ਢਿੱਲੋਂ ਸਾਹਿਬ ਮੁੱਦਾ ਹੈਗਾ। ਠੀਕ ਹੈ, ਗੱਲ ਕਹਿ ਰਹੀਏ ਬਿਜਲੀ ਬਿੱਲਾਂ ਦੀ ਗੱਲ ਕਰ ਲਈਏ, ਉਹ ਵੀ ਮੁੱਦੇ ਸੀਗੇ, ਪਰ ਮੇਨ ਮੁੱਦੇ ਤਾਂ ਇਹੀ ਹੈ ਜਿਹੜੇ ਉੱਥੇ ਬਾਰਡਰ ਤੇ ਨਾਰੇ ਗੂੰਜ ਰਹੇ ਹੈ, ਉਹ ਤਿੰਨੇ ਖੇਤੀ ਕਾਨੂੰਨਾਂ ਦੀ ਗੱਲ ਹੈ। ਜਦ ਤੱਕ ਇਹਨਾਂ ਦੇ ਸਹਿਮਤੀ ਨਹੀਂ ਬਣੇਗੀ, ਇਹਦਾ ਕੋਈ ਨਾ ਕੋਈ ਹੱਲ ਤਾਂ ਫਿਰ ਕੇਂਦਰ ਨੂੰ ਕੱਢਣਾ ਪਏਗਾ ਨਾ ਜੀ। ਸਿੱਧੂ ਸਾਹਿਬ, ਜਦੋਂ ਇਹ ਅੰਦੋਲਨ ਪੰਜਾਬ ਦੇ ਵਿੱਚ ਚੱਲ ਰਿਹਾ ਸੀ, ਪੰਜਾਬ ਦੀਆਂ ਰੇਲਾਂ ਪਟੜੀਆਂ ਤੇ ਬੈਠੇ ਸੀ ਜਾਂ ਕਿਸਾਨ ਆਪਣੇ ਬਾਕੀ ਟੋਲ ਪਲਾਜ਼ਿਆਂ ਤੇ ਬੈਠੇ ਸੀਗੇ, ਉਦੋਂ ਇਹ ਗੱਲ ਚੱਲਦੀ ਸੀ, ਅਕਸਰ ਤੁਸੀਂ ਸੁਣਿਆ ਹੋਣਾ ਕਿ ਇੱਕ ਸਰਕਾਰ ਇਹਦੇ ਵਿੱਚ ਇੱਕ ਲਾਈਨ ਜੋੜ ਦੇਵੇ ਕਿ MSP ਦੀ ਗਰੰਟੀ ਰਹੇਗੀ, MSP ਤੋਂ ਥੱਲੇ ਨਹੀਂ ਵਿਕੇਗਾ। ਜਦੋਂ ਇਹ ਗੱਲ ਮੰਨ ਲਈ ਗਈ, ਸਰਕਾਰ ਨੇ ਕਿਹਾ, ਵਾਰ-ਵਾਰ ਪਹਿਲਾਂ ਵੀ ਕਿਹਾ, ਪ੍ਰਧਾਨ ਮੰਤਰੀ ਨੇ ਵੀ ਕਿਹਾ, ਖੇਤੀਬਾੜੀ ਮੰਤਰੀ ਨੇ ਵੀ ਕਿਹਾ, ਸੰਸਦ ਦੇ ਵਿੱਚ ਖਲੋ ਕੇ ਕਿਹਾ ਕਿ MSP ਨੂੰ ਇਹਦੇ ਨਾਲ ਕੋਈ ਖਤਰਾ ਨਹੀਂ, MSP ਜਿਵੇਂ ਚੱਲ ਰਹੀ ਸੀ ਉਵੇਂ ਹੀ ਬਕਾਇਦਾ ਚੱਲਦੀ ਰਹਿਣੀ ਹੈ। ਜਦੋਂ ਇਹ ਗੱਲ ਪਹਿਲਾਂ ਆਲਰੇਡੀ ਕਹਿੰਦੇ ਆ ਰਹੇ ਆ, ਔਰ ਜਦੋਂ ਫਿਰ ਕਿਸਾਨ ਦਿੱਲੀ ਪਹੁੰਚੇ ਨੇ, ਉਹ ਦਿੱਲੀ ਪਹੁੰਚਣ ਤੋਂ ਬਾਅਦ ਵੀ ਜਿਹੜੀਆਂ ਮੀਟਿੰਗਾਂ ਹੋਈਆਂ ਉਹਦੇ 'ਚ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਦਿੱਤਾ, ਚਿੱਠੀ ਲਿਖ ਕੇ ਭੇਜੀ ਹੈ ਵੀ ਆਹ ਲਓ ਜੀ ਤੁਹਾਡੇ ਕਿਸਾਨ MSP ਜਿਹੜੀ ਹੈ ਇਹਦੇ ਤੇ ਖਰੀਦ ਜਾਰੀ ਰਹੇਗੀ, APMC ਮੰਡੀਆਂ ਨੂੰ ਕੋਈ ਇਹਦੇ ਨਾਲ ਇਫੈਕਟ ਨਹੀਂ ਪਾਏਗਾ। ਢਿੱਲੋਂ ਸਾਹਿਬ ਚਲੋ ਇਹ ਤਾਂ ਕਰ ਲਿਆ, ਤਾਂ ਹੁਣ ਸਾਡੀਆਂ ਜਿਹੜੀਆਂ ਨੇ ਅਸੀਂ ਅਰਜ ਕੇ ਉਹ ਤਾਂ ਸੁਖਬੀਰ ਬਾਦਲ ਨੂੰ ਵੀ ਚਿੱਠੀ ਲਿਖ ਕੇ ਦਿੱਤੀ ਸੀ। ਦੇਖੋ ਸੁਖਬੀਰ ਬਾਦਲ ਨੂੰ ਚਿੱਠੀ ਤਾਂ ਸੁਖਬੀਰ ਬਾਦਲ ਨੂੰ ਵੀ ਲਿਖ ਕੇ ਦਿੱਤੀ ਸੀ, ਉਹ ਚਿੱਠੀ ਤੇ ਗੱਲ ਨਹੀਂ ਬਣਦੀ ਨਾ ਜੀ। ਕਿਸ ਚੀਜ਼ ਤੇ ਗੱਲ ਬਣਦੀ ਹੈ? ਆਖਰ ਵਿਸ਼ਵਾਸ ਕਿੱਥੋਂ ਬਣੇਗਾ? ਵਿਸ਼ਵਾਸ ਕਰਨਾ ਪੈਣਾ ਅਲਟੀਮੇਟਲੀ ਕਿਸੇ ਨਾ ਕਿਸੇ ਚੀਜ਼ ਤੇ ਆਪਾਂ ਖੜਾਂਗੇ। ਤੁਹਾਡਾ ਦੇਸ਼ ਦਾ ਪ੍ਰਧਾਨ ਮੰਤਰੀ ਸੰਸਦ 'ਚ ਜੇ ਕਹਿ ਰਿਹਾ ਗੱਲ, ਜਿਹੜਾ ਔਨ ਰਿਕਾਰਡ ਹੁੰਦਾ, ਪਰ ਅਸੀਂ ਅੱਜ ਦੇ ਟਾਈਮ 'ਚ ਕਿਤੇ ਨਾ ਕਿਤੇ ਵੇਖੋ, ਸਾਡੀ ਪੂਰੀ ਹਮਦਰਦੀ ਕਿਸਾਨਾਂ ਨਾਲ, ਪਰਿਵਾਰ ਸਾਡੇ ਆਪਣੇ ਕਿਸਾਨ ਨੇ, ਮੇਰੇ ਰਿਸ਼ਤੇਦਾਰ ਵੀ ਕਈ ਬੈਠੇ ਹੋਏ ਨੇ ਉੱਥੇ ਜਾ ਕੇ, ਲੇਕਿਨ ਗੱਲ ਇਹ ਆ ਵੀ ਸੱਚਾਈ ਤੇ ਸੱਚਾਈ ਹੈ ਨਾ। ਤੁਸੀਂ ਇੱਕ ਖਾਮਖਾ ਕਿਸੇ ਪ੍ਰਧਾਨ ਮੰਤਰੀ ਨੂੰ ਬਦਨਾਮ ਕਰਨ ਤੇ ਲੱਗ ਜਾਓ ਵੀ ਇਹਦੀ ਨੀਅਤ ਮਾੜੀ ਹੈ, ਇਹਦੇ ਕਿਹੜੀ ਨੀਅਤ ਮਾੜੀ ਹੈ? ਜੇ ਨੀਅਤ ਮਾੜੀ ਹੁੰਦੀ ਤੇ ਉਹ ਕਿਸਾਨ ਸਨਮਾਨ ਨਿਧੀ ਸ਼ੁਰੂ ਕਰਦੇ। ਜੇ ਨੀਅਤ ਮਾੜੀ ਹੁੰਦੀ, ਜਿਹੜਾ ਆਪਣਾ ਯੂਰੀਆ ਨਹੀਂ ਸੀ ਮਿਲਦਾ ਉਹਨੂੰ ਨੀਮ ਕੋਟਡ ਕਰਕੇ, ਉਹ ਜਿਹੜਾ ਪਹਿਲਾਂ ਬਲੈਕ ਕਿਸਾਨਾਂ ਤੱਕ ਪਹੁੰਚਦਾ ਕੀਤਾ। ਜੇ ਨੀਅਤ ਯੂਰੀਆ ਕਿਸਾਨ ਯੋਜਨਾ ਦੇ ਮੁੱਦੇ ਤੇ ਆਪਾਂ ਵੱਖਰੇ ਤੌਰ ਤੇ ਕਿਤੇ ਚਰਚਾ ਕਰ ਲਾਂਗੇ। ਮੈਂ ਗੱਲ ਨੀਅਤ ਦੀ ਕਰ ਰਿਹਾ, ਜਿਹੜੇ ਖਦਸ਼ੇ, ਜਿਹੜੇ ਸਿੱਧੂ ਸਾਹਿਬ, ਨਹੀਂ ਗੱਲ ਉਹ ਇਹ ਹੈ, ਸਾਰਾ ਕੁਝ ਰਿਲੇਟਡ ਹੈ। ਜਿਹੜੇ ਖਦਸ਼ੇ ਸਰਦਾਰ ਗਿਆਨ ਸਿੰਘ ਹੋਣਾ ਨੇ ਕਹੇ ਆ ਜਾਂ ਸਾਡੇ ਵੀਰ ਸਵੈਚ ਸਾਹਿਬ ਨੇ ਕਹੇ ਨੇ, ਉਹਦੇ ਚ ਵਾਰ-ਵਾਰ ਇਹੀ ਆਇਆ ਜਾਂਦਾ ਵੀ ਨੀਅਤ ਮਾੜੀ। ਭਾਈ ਸਾਹਿਬ, ਇੱਥੇ ਕੋਈ ਨੀਅਤ ਮਾੜੀ ਨਹੀਂ ਜੀ। ਸਾਡਾ ਟੀਚਾ ਜਿਹੜਾ ਸੀਗਾ ਕਿ ਕਿਸਾਨ ਦੀ ਆਮਦਨ ਦੁੱਗਣੀ ਕਿਵੇਂ ਆਏ, ਉਸ ਪਾਸੇ ਵਧਣ ਵਾਲਾ ਸੀ। ਠੀਕ ਹੈ, ਉਹਦੇ ਚ ਕੁਝ ਪ੍ਰੋਬਲਮ ਅੱਜ ਪੰਜਾਬ ਦੇ ਕਿਸਾਨਾਂ ਦੀਆਂ ਪ੍ਰੋਬਲਮਾਂ ਹੋਰ ਨੇ, ਜਿਹੜੀਆਂ ਬਿਹਾਰ ਦੇ, ਉੜੀਸਾ ਦੇ ਜਾਂ ਮਣੀਪੁਰ ਦੇ ਕਿਸਾਨਾਂ ਦੀਆਂ ਪ੍ਰੋਬਲਮਸ ਹੋਰ ਨੇ। ਉਹਦੇ ਵਿੱਚ ਕੀ ਆ ਕਿ ਉਹਨਾਂ ਦਾ ਫਰਕ ਹੈ ਇਹਨਾਂ ਚੀਜ਼ਾਂ ਦਾ। ਅਸੀਂ ਸਾਰੇ ਦੇਸ਼ ਨੂੰ ਇੱਕ ਪੰਜਾਬ ਦੇ ਨਜ਼ਰੀਏ ਨਾਲ ਨਹੀਂ ਵੇਖ ਸਕਦੇ, ਇਹ ਮਜਬੂਰੀਆਂ ਹੁੰਦੀਆਂ ਸਰਕਾਰ ਦੀਆਂ। ਦੂਜੀ ਗੱਲ ਜਿਹੜੀ ਗਡਕਰੀ ਸਾਹਿਬ ਵਾਲੀ ਕੀਤੀ ਹੈ, ਇੱਕ ਮਿੰਟ ਸਿੱਧੂ ਸਾਹਿਬ, ਮੈਂ ਲੈਟ ਮੀ ਕੰਪਲੀਟ। ਦੂਜੀ ਗੱਲ ਜਿਹੜੀ ਗਡਕਰੀ ਸਾਹਿਬ ਦੇ ਬਿਆਨ ਦੀ ਕੀਤੀ, ਮੈਂ ਵੀ ਪੜਿਆ, ਅੱਜ ਕਾਫੀ ਚਰਚਾ ਵੀ ਹੋ ਰਹੀ ਉਹਦੇ ਉੱਤੇ। ਗਡਕਰੀ ਸਾਹਿਬ ਨੇ ਕੁਝ ਗਲਤ ਨਹੀਂ ਕਿਹਾ, ਉਹਨਾਂ ਨੇ ਸੱਚਾਈ ਬਿਆਨ ਕੀਤੀ ਹੈ, ਔਰ ਇਹ ਵਾਕਈ ਰਿਐਲਿਟੀ ਹੈ ਕਿ ਸਾਡੇ ਕੋਲੇ ਜਿਹੜਾ ਹੈ ਫੂਡ ਗ੍ਰੇਨ ਅਗਲੇ 3 ਸਾਲ ਦਾ ਮੌਜੂਦ ਹੈ ਸਾਡੇ ਕੋਲ।
ਆਲਰੇਡੀ ਇਹਦਾ ਭੰਡਾਰ ਕੀਤਾ ਹੋਇਆ 3 ਸਾਲ ਤੱਕ, ਮਤਲਬ ਜੇ ਨਾ ਵੀ ਪਰਚੇਜ਼ ਕੀਤੀ ਜਾਵੇ ਤਾਂ ਮੁੱਕਦਾ ਨਹੀਂ। ਕੀ ਦੇਸ਼ ਦੀ ਸਰਕਾਰ ਨੂੰ ਇਸ ਬਾਰੇ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਜਿਹੜੀਆਂ ਚੀਜ਼ਾਂ ਦਾ ਬਾਹਰ ਕੋਈ ਐਕਸਪੋਰਟ ਕਰ ਸਕਦੇ ਆ ਉਸ ਬਾਰੇ ਆਪਾਂ ਵਧੀਏ? ਜ਼ਰੂਰੀ ਤਾਂ ਨਹੀਂ ਆਪਾਂ ਨਾਲੇ ਆਪਣੀ ਜ਼ਮੀਨ ਦਾ ਨਾਸ ਮਾਰੀ ਜਾਂਦੇ ਆ, ਨਾਲੇ ਉਹਦਾ ਐਕਸਟਰਾ ਲਾਈ ਆਉਂਦੇ ਆ। ਸੋ ਇਸ ਕਰਕੇ ਚਿੰਤਾਵਾਂ ਸਰਕਾਰ ਹੀ ਕਰਦੀ ਹੁੰਦੀ ਹੈ, ਕਰ ਰਹੀ ਹੈ। ਥੈਂਕ ਯੂ ਢਿੱਲੋਂ ਸਾਹਿਬ, ਥੈਂਕ ਯੂ ਵੈਰੀ ਮਚ, ਥੈਂਕ ਯੂ ਢਿੱਲੋਂ ਸਾਹਿਬ, ਤੁਹਾਡੀ ਗੱਲ ਆ ਗਈ। ਡਾਕਟਰ ਸਾਹਿਬ, ਡਾਕਟਰ ਗਿਆਨ ਸਿੰਘ ਜੀ, ਤੁਸੀਂ ਢਿੱਲੋਂ ਸਾਹਿਬ ਦੇ ਕਮੈਂਟ ਸੁਣੇ ਆ, ਉਹਨਾਂ ਦੇ ਕਿਹਾ ਵੀ ਸਰਕਾਰ ਕੋਲ ਇੱਕ ਤਾਂ ਸੀਮਿਤ ਸਾਧਨ ਹੈ, ਉਹ ਕਹਿੰਦੇ ਕਿਸੇ ਨੀਅਤ ਤੇ ਨੀਤ ਦੀ ਗੱਲ ਕਰਦੇ ਹੋ, ਖਾਮਖਾ ਬਦਨਾਮ ਕਰਨ ਵਾਲੀ ਗੱਲ ਹੈਗੀ ਆ। ਜਿਹੜੇ ਮੁੱਖ ਮੁੱਦੇ ਸੀਗੇ ਉਹਨਾਂ ਮੁੱਦਿਆਂ ਤੋਂ ਕੁਝ ਮੁੱਦਿਆਂ ਤੇ ਪਹਿਲਾਂ ਹੀ ਸਹਿਮਤੀ ਹੋ ਚੁੱਕੀ ਹੈ। ਇਸ ਤਰੀਕੇ ਦੇ ਨਾਲ ਕਿੱਦਾਂ ਸਰਕਾਰ ਜਿਹੜੀ ਸਾਰੇ ਸਿਸਟਮ ਨੂੰ ਲਾਗੂ ਕਰ ਸਕਦੀ ਹੈ, ਇਹ ਮੰਗ ਜਿਹੜੀ ਉਹਨਾਂ ਦਾ ਕਹਿਣਾ ਕਿ ਇਸ ਤਰੀਕੇ ਨਾਲ ਬਹੁਤ ਵੱਡਾ ਇਸ਼ੂ ਹੈ, ਕਿਵੇਂ ਕੇਂਦਰ ਸਰਕਾਰ ਨੂੰ ਪ੍ਰਵਾਨ ਕਰ ਸਕਦੀ ਹੈ, ਭਰੋਸਾ ਕਰਨਾ ਪਏਗਾ ਕੇਂਦਰ ਸਰਕਾਰ ਤੇ, ਉਹਨਾਂ ਦਾ ਕਹਿਣਾ ਹੈ। ਮੈਂ ਢਿੱਲੋਂ ਸਾਹਿਬ ਉਹਨਾਂ ਨੂੰ ਸੁਣਿਆ ਜੀ, ਬਹੁਤ ਜਿਹੜਾ ਸਲੀਕੇ ਨਾਲ ਗੱਲ ਕਰ ਰਹੇ ਨੇ, ਪਰ ਗੱਲਾਂ ਨਾਲ ਮੇਰੀ ਉਹਨਾਂ ਦੀਆਂ ਨਾਲ ਸਹਿਮਤੀ ਹੈ। ਜਿਹੜੀ ਪਹਿਲੀ ਗੱਲ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਵੀ ਲਿਮਟਿਡ ਵਸੀਲੇ ਹੁੰਦੇ ਨੇ, ਸਰਕਾਰ ਲੋਕਾਂ ਲਈ ਹੁੰਦੇ ਆ, ਲੋਕ ਸਰਕਾਰ ਲਈ ਨਹੀਂ ਹੁੰਦੇ, ਸਰਕਾਰਾਂ ਕਾਰਪੋਰੇਸ਼ਨਾਂ ਲਈ ਨਹੀਂ ਹੁੰਦੀਆਂ, ਜਾਂ ਅੱਤ ਦੇ 1% ਅਮੀਰਾਂ ਲਈ ਨਹੀਂ ਹੁੰਦੀਆਂ। ਅੱਜ ਸਾਰੀ ਦੁਨੀਆ 'ਚ ਕਾਰਪੋਰੇਟ ਆਰਥਿਕ ਵਿਕਾਸ ਮਾਡਲ ਦਾ ਜਿਹੜਾ ਰੌਲਾ ਪੈ ਰਿਹਾ ਹੈ, ਉਹ ਉੱਪਰਲੇ 1 ਤੇ ਬਾਕੀ ਦੇ 99% ਦੇ ਵਿੱਚ ਜਿਹੜਾ ਆਰਥਿਕ ਖੱਪਾ ਵੱਧ ਰਿਹਾ ਉਹਦੇ ਲਈ ਪੈ ਰਿਹਾ ਹੈ। ਉਹਦੇ ਬਾਰੇ ਵੀ ਜਿਹੜੇ ਕੈਪੀਟਲਿਸਟ ਕੰਟਰੀ ਹੈ ਉਹਨਾਂ ਦੇ ਵੀ ਜਿਹੜੇ ਚੰਗੇ ਥਿੰਕਰ ਨੇ ਉਹ ਸਲਾਹ ਦੇ ਰਹੇ ਹੈ ਕਿ ਜਿਹੜਾ ਪਿਰਾਮਿਡ ਹੁੰਦਾ ਹੈ, ਉੱਪਰਲੇ ਤਾਂ ਹੀ ਬਚਣਗੇ ਜੇ ਥੱਲੇ ਵਾਲੇ ਮਜ਼ਬੂਤ ਹੋਣਗੇ। ਜੇ ਥੱਲੇ ਵਾਲਿਆਂ ਨੂੰ ਮਾਰੀ ਜਾਵਾਂਗਾ ਤਾਂ ਉਹਨਾਂ ਨੇ ਨਹੀਂ ਬਚਣਾ ਹੈਗਾ। ਤੇ ਜਿਹੜੀ ਨੀਤ ਅਤੇ ਨੀਤੀ ਦੀ ਗੱਲ ਹੈ, ਮੈਨੂੰ ਲੱਗਦੀ ਹੈ ਕਿ ਇੱਥੇ ਮੈਨੂੰ ਲੱਗਦਾ ਹੈ ਕਿ ਜਿਹੜੀ ਨੀਤੀ ਹੈ ਉਹ 1991 ਤੋਂ ਲਗਾਤਾਰ ਚੱਲੀ ਆ ਰਹੀ ਹੈ, ਹੁਣ ਤੇਜ਼ੀ ਨਾਲ ਚੱਲ ਪਈ ਹੈ ਨਾ। ਨੀਤ ਦਾ ਰੌਲਾ ਇਹ ਹੈ ਕਿ ਜਦ ਕਿਹਾ ਜਾ ਰਿਹਾ ਕਿ ਅਸੀਂ ਇਹ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਗਿਫਟ ਦੇ ਤੌਰ ਤੇ ਦੇਣਾ ਚਾਹੁੰਦੇ ਹਾਂ, ਸੁਗਾਤ ਤਾਂ ਲੈਣ ਵਾਲੇ ਲਈ ਹੁੰਦੀ ਹੈ, ਉਹਨਾਂ ਚੋਂ ਕੋਈ ਇੱਕ ਬੰਦਾ ਸਹਿਮਤ ਹੈਗਾ ਇੱਥੋਂ ਤੱਕ ਕਿ ਭਾਰਤੀ ਜਨਤਾ ਪਾਰਟੀ ਦਾ ਆਪਦਾ ਕਿਸਾਨ ਮੋਰਚਾ ਵੀ ਉਹਨੂੰ ਅਪਰੂਵ ਨਹੀਂ ਕਰ ਰਿਹਾ ਹੈਗਾ। ਫਿਰ ਉਹ ਕਾਨੂੰਨ ਕਾਹਦੇ ਲਈ ਬਣਾਉਣੇ ਨੇ? ਮਾਰਗਰੇਟ ਥੈਚਰ ਆਪਦੇ ਮੌਕੇ ਦੀ ਇੰਗਲੈਂਡ ਦੀ ਬਹੁਤ ਮੰਨੀ ਹੋਈ ਤੇ ਸਖਤ ਪ੍ਰਧਾਨ ਮੰਤਰੀ ਸੀ, ਉਹਨੇ ਆਪਦੀ ਤਾਕਤ ਨੂੰ ਦੇਖਦੇ ਹੋਏ ਪੋਲ ਟੈਕਸ ਲਾਇਆ ਸੀ, ਜਾਂ ਲੋਕਾਂ ਦਾ ਵਿਰੋਧ ਹੋਇਆ ਉਹਨੇ ਬੜੇ ਆਰਾਮ ਨਾਲ ਉਹਨੂੰ ਪੋਲ ਟੈਕਸ ਨੂੰ ਵਾਪਸ ਲੈ ਲਿਆ ਸੀ। ਜਦੋਂ ਇਹ ਕਾਨੂੰਨ ਨੇ ਸਿਰਫ ਪੰਜਾਬ ਤੱਕ ਨਹੀਂ ਸੀ, ਤਾਂ ਪੰਜਾਬ ਉਹ ਸੂਬਾ ਹੈ ਜਦੋਂ 1960 ਚ ਸਾਡੇ ਦੇਸ਼ ਦੀ ਕੇਂਦਰ ਸਰਕਾਰ ਬਾਹਰਲੇ ਦੇਸ਼ਾਂ ਤੋਂ ਠੂਠਾ ਫੜ ਕੇ ਅਨਾਜ ਲਈ ਉਸ ਤਰ੍ਹਾਂ ਦੀ ਸਾਹਮਣਾ ਕਰ ਰਹੀ ਸੀ। PL 480 ਥੱਲੇ ਅਸੀਂ ਅਨਾਜ ਅਮਰੀਕਾ ਦੇ ਕੰਡੀਸ਼ਨਾਂ ਮੰਨ ਕੇ ਮੰਗਾ ਰਹੇ ਸੀ। ਉਹੀ ਪੰਜਾਬ ਸੀ ਜਿਹਨੇ ਇਹਨੂੰ ਬੇਲ ਆਊਟ ਕੀਤਾ ਹੈਗਾ। ਇੱਥੋਂ ਦੇ ਕਿਸਾਨ ਖੇਤ ਮਜ਼ਦੂਰ ਤੇ ਪੇਂਡੂ ਕਰਨ ਦੀ ਹੱਡ ਭੰਨਵੀਂ ਮਿਹਨਤ ਤੇ ਇੱਥੋਂ ਦੇ ਜਿਹੜੇ ਸਾਡੇ ਕੁਦਰਤੀ ਸਾਧਨ ਨੇ ਉਹਨਾਂ ਨੂੰ ਵਰਤ ਕੇ ਉਹ ਅਸੀਂ ਕੇਂਦਰ ਦਾ ਅਨਾਜ ਦਾ ਭੜੋਲਾ ਭਰਿਆ ਹੈਗਾ। ਅੱਜ ਵੀ ਢਿੱਲੋਂ ਸਾਹਿਬ ਮੇਰੇ ਖਿਆਲ 32-33% ਕੰਟਰੀਬਿਊਸ਼ਨ ਇਕੱਲੇ ਪੰਜਾਬ ਦੀ ਹੈ। ਜਦੋਂ ਕੋਈ ਕੁਦਰਤੀ ਆਫਤ ਆਉਂਦੀ ਹੈ ਉਹ ਪੰਜਾਬ ਹੀ ਹੈ ਜਿਹੜਾ ਸਾਰੇ ਦੇਸ਼ ਨੂੰ ਸਾਂਭ ਲੈਂਦਾ। ਜਿਹੜਾ ਇੱਕ ਤੁਸੀਂ ਗੱਲ ਕਹੀ ਹੈ ਤੇ ਸਾਡੇ ਕੋਲ 3 ਗੁਣਾ ਅਨਾਜ ਪਿਆ, 3 ਗੁਣਾ ਅਨਾਜ ਇੱਕ ਭੁਲੇਖਾ ਹੈ, ਕਿਉਂਕਿ ਅਸੀਂ ਥੱਲੇ ਵਾਲੀ ਪਾਪੂਲੇਸ਼ਨ ਨੂੰ ਪਰਚੇਜਿੰਗ ਪਾਵਰ ਨਹੀਂ ਦਿੱਤੀ, 2 ਡੰਗ ਦੀ ਰੋਟੀ ਲਈ ਪੈਸੇ ਨਹੀਂ ਦਿੱਤੇ। ਜੇ ਉਹਨਾਂ ਨੂੰ ਪੈਸੇ ਦੇਵਾਂਗੇ, ਮੈਂ ਤੁਹਾਨੂੰ ਦੱਸ, ਫਿਰ ਤੁਸੀਂ ਦੱਸੋ ਪਰ ਕੈਪੀਟਲ ਕੰਜ਼ੰਪਸ਼ਨ ਲੈ ਲਿਓ, ਫਿਰ ਸਾਨੂੰ ਪਤਾ ਲੱਗੂਗਾ ਕਿ ਸਾਡਾ ਅਨਾਜ ਕਿੱਥੇ ਨਹੀਂ, ਕੋਈ ਨਾ, ਫਿਰ ਸਾਨੂੰ ਪਤਾ ਲੱਗੂ ਸਾਡਾ ਅਨਾਜ ਕਿੱਥੇ ਫਾਲਤੂ ਹੈਗਾ, ਇਹ ਉਹਨੂੰ ਐਕਸਪੋਰਟ ਕਰਨ ਦੀ ਲੋੜ ਹੈ ਜਾਂ ਇੱਥੇ ਜਿਹੜੇ ਲੋਕ ਮਰਦੇ ਨੇ 2 ਡੰਗ ਦੀ ਰੋਟੀ ਲਈ ਉਹਨਾਂ ਨੂੰ ਦੇਣ ਦੀ ਲੋੜ ਹੈ। ਸੋ ਇਹ ਗੱਲਾਂ ਜਿਹੜੀਆਂ ਹੈਗੀਆਂ ਸਾਨੂੰ ਲੋਕਾਂ ਦੇ ਪੱਖ ਤੋਂ, ਕੁਦਰਤੀ ਪੱਖ ਤੋਂ ਸੋਚਣੀਆਂ ਪੈਣਗੀਆਂ। ਇਸ ਤਰ੍ਹਾਂ ਦੇ ਆਰਥਿਕ ਵਿਕਾਸ ਮਾਡਲ ਦੀ ਗੱਲ ਕਰਨੀ ਪਊਗੀ। ਸਿਰਫ ਇਹ ਨਹੀਂ, ਹੁਣ ਜਿਹੜੀ ਗੱਲ ਨਿਤਨ ਗਡਕਰੀ ਹੁਣੀ ਕਹਿੰਦੇ ਨੇ ਕਿ ਸਾਡੀ MSP ਮਾਰਕੀਟ ਪ੍ਰਾਈਸ ਤੋਂ ਉੱਪਰ ਹੈ, ਸਾਡੇ ਕੋਲ ਸਟਾਕ ਹੈ। ਜਿਹੜੀ ਮਾਰਕੀਟ ਪ੍ਰਾਈਸ ਹੈ ਇਹ ਉਹ ਜਿਹੜੇ ਹਾਈਲੀ ਡਿਵੈਲਪ ਕੰਟਰੀ ਜਿੱਥੇ ਸਬਸਿਡੀ ਬਹੁਤ ਜ਼ਿਆਦਾ ਮਿਲਦੀ ਹੈ, ਮੈਂ ਤੁਹਾਨੂੰ ਥੋੜ੍ਹੀਆਂ ਫਿਗਰ ਦਿੰਦਾ। ਅਮਰੀਕਾ 'ਚ ਇੱਕ ਫਾਰਮਰ ਨੂੰ $59,000 ਤੋਂ ਵੱਧ ਸਬਸਿਡੀ ਮਿਲਦੀ ਹੈ। ਉਹ ECD ਕੰਟਰੀ ਨੇ ਜਿੱਥੇ 20 ਤੋਂ 25,000 ਅਮਰੀਕਨ ਡਾਲਰ ਸਬਸਿਡੀ ਮਿਲਦੀ ਹੈ। ਸਾਡੇ ਵਾਲੇ ਕਿਸਾਨ ਨੂੰ ਤਾਂ ਸਿਰਫ $379 ਸਬਸਿਡੀ ਮਿਲਦੀ ਆ, ਉਹ ਵੀ ਉਹਨੂੰ ਨਹੀਂ, ਉਹ ਖਪਤਕਾਰਾਂ ਨੂੰ ਜਾਂ ਕਾਰਖਾਨੇਦਾਰਾਂ ਨੂੰ ਜਾਂਦੀ ਹੈਗੀ। ਇਸ ਲਈ ਜਿਹੜੀ ਸਾਡੀ ਮਾਰਕੀਟ ਪ੍ਰਾਈਸ ਹੈ ਉਹ ਇਸ ਲਈ ਜਿਹੜੀ ਹੈਗੀ ਉਹ ਰੈਲੇਵੈਂਟ ਨਹੀਂ, ਜਾਂ ਹਾਈਲੀ ਡਿਵੈਲਪ ਕੰਟਰੀ ਦੀ ਜਿਹੜੀ ਪ੍ਰਾਈਸ ਹੈ ਉਹ ਰੈਲੇਵੈਂਟ ਨਹੀਂ। ਸਾਨੂੰ ਤਾਂ ਇਹਨਾਂ ਨੂੰ 50% ਲੋਕਾਂ ਨੂੰ ਅਸੀਂ ਰਾਸ਼ਟਰੀ ਆਮਦਨ ਚੋਂ 16% ਦਿੰਦੇ ਹਾਂ। ਘੱਟੋ ਘੱਟ ਇਹਨੂੰ ਇੰਨਾ ਵਧਾ ਦਈਏ ਕਿ ਉਹਨਾਂ ਦੀ ਜ਼ਿੰਦਗੀ ਦੀਆਂ ਮੁੱਢਲੀਆਂ 7 ਲੋੜਾਂ ਪੂਰੀਆਂ ਹੋ ਸਕਣ। ਇਸ ਲਈ ਹਰ ਧਰਮੀ ਛੱਡ ਕੇ ਇਹ ਗੱਲਾਂ ਨੂੰ ਦੂਰ ਕਰਦੇ ਹੋਏ ਸਾਨੂੰ ਇਸ ਤੋਂ ਅੱਗੇ ਬਹੁਤ ਜ਼ਿਆਦਾ ਚੱਲਣਾ ਪੈਣਾ ਹੈ। ਓਕੇ, ਥੈਂਕ ਯੂ ਡਾਕਟਰ ਸਾਹਿਬ, ਤੁਹਾਡਾ ਵੀ ਪੁਆਇੰਟ ਆ ਗਿਆ। ਸਿੱਧੂ ਸਾਹਿਬ ਇੱਕ ਮਿੰਟ ਦਾ ਜਵਾਬ ਥੋੜਾ ਦੇ ਲੈਂਦੇ ਹੋ। ਕਰ ਰਹੇ ਸਵੇਜ ਦੇ ਆਪਾਂ ਕਮੈਂਟਸ ਲੈ ਲਈਏ। ਮੈਂ ਸ਼ਾਰਟਕਟ ਦੇ ਵਿੱਚ ਫਿਰ ਗੱਲ ਪਾਸੇ ਹੋ ਜਾਂਦੀ ਹੈ। ਇਹ ਸਿੱਧੂ ਸਾਹਿਬ
ਇਹ ਫਿਰ ਗੱਲ ਦਾ ਜੀ। ਰਿਲੇਵੈਂਟ ਰਲਦੀ ਜੀ। ਨਹੀਂ ਕਿ ਮੈਂ ਇਸ ਲਈ ਦੋ ਜੀ ਢਿੱਲੋਂ ਸਾਹਿਬ ਜਵਾਬ ਤੁਸੀਂ ਦੇਣਾ ਜੀ ਚਾਹੂੰਗਾ। ਤੁਸੀਂ ਆਪਣੀ ਗੱਲ ਢਿੱਲੋਂ ਸਾਹਿਬ ਕਰੋ ਕਮੈਂਟ ਤੁਸੀਂ ਸਰਦਾਰ ਕਰੋ। ਗਿਆਨ ਸਿੰਘ ਜੀ, ਅਮਰੀਕਾ ਦੀ ਪੋਪੂਲੇਸ਼ਨ ਔਰ ਇੰਡੀਆ ਦੀ ਪੋਪੂਲੇਸ਼ਨ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਪੂਰਾ ਅਮਰੀਕਾ, ਪੂਰਾ ਯੂਰਪ, ਪੂਰਾ ਸਾਰਾ ਮਿਲਾ ਕੇ ਵੀ ਇਹਦੇ ਅੱਧ 'ਚ ਨਹੀਂ ਪਹੁੰਚਦੀ। ਔਰ ਦੂਜੀ ਗੱਲ ਜਿਹੜੀ ਤੁਸੀਂ ਕੀਤੀ, ਫੂਡ ਗ੍ਰੇਨ ਸਾਡੇ ਕੋਲ ਫਾਲਤੂ ਹੈ ਤੇ ਅਸੀਂ ਉਹਦਾ ਕੀ ਕਰਨਾ ਹੈ। ਤੁਹਾਨੂੰ ਧਿਆਨ ਹੋਵੇ, ਕੋਵਿਡ ਦੇ ਲੋਕਡਾਊਨ ਦੇ ਦੌਰਾਨ ਸਾਡੇ ਹਰ ਘਰ ਦੇ ਵਿੱਚ ਜਿਹੜੇ ਗਰੀਬ ਤਬਕਾ ਸੀਗਾ, 80 ਕਰੋੜ ਲੋਕਾਂ ਤੱਕ ਜਿਹੜਾ ਹੈ ਪਰ ਪਰਸਨ ਨੂੰ 15 ਕਿਲੋ ਕਣਕ ਜਿਹੜੀ ਆ ਉਹ ਫ੍ਰੀ ਆਫ ਕਾਸਟ ਦਿੱਤੀ ਗਈ ਹੈ। ਔਰ ਉਹ ਅੱਜ ਇੱਕ ਦਿਨ ਦੀ ਗੁਰਪ੍ਰੀਤ ਜੀ ਉਹਨਾਂ ਦਾ 2 ਗੁਰਪ੍ਰੀਤ ਜੀ ਮਹੀਨੇ ਮੈਂ ਟੋਕ ਰਿਹਾ, ਉਹਨਾਂ ਦਾ ਕਹਿਣਾ ਹੈ ਮਾਰਚ ਤੋਂ ਲੈ ਕੇ ਨਵੰਬਰ ਤੱਕ ਲੈਟ ਮੀ ਸਰ ਮੈਨੂੰ ਦੱਸ ਲੈਣ ਦਿਓ। ਫਿਰ ਪਤਾ ਕੀ ਆ, ਅਸੀਂ ਲੱਗ ਪੈਂਦੇ ਆ ਕਿ ਅਮਰੀਕਾ ਬਹੁਤ ਵਧੀਆ ਜੀ, ਉਹ ਬਹੁਤ ਵਧੀਆ ਪਰਫਾਰਮ ਕਰਦਾ। ਅਮਰੀਕਾ ਦੀ ਪੋਪੂਲੇਸ਼ਨ ਬਹੁਤ ਥੋੜੀ ਹੈ ਸਾਡੇ ਮੁਕਾਬਲੇ, ਔਰ ਉਹਦੇ ਕੋਲੇ ਰਿਸੋਰਸਿਸ ਬਹੁਤ ਜ਼ਿਆਦੇ ਨੇ। ਅਸੀਂ ਜਿਹੜੀ ਨੀਅਤ ਦੀ ਗੱਲ ਕੀਤੀ, ਅਸੀਂ ਹਰ ਗਰੀਬ ਦੇ ਘਰ ਦੇ ਵਿੱਚ ਭੁੱਖਾ ਨਾ ਕੋਈ ਸੋਵੇ, ਇਸ ਕਰਕੇ ਸਰਕਾਰ ਨੇ ਉਹਦੇ ਖਾਤਿਆਂ 'ਚ ਪੈਸੇ ਵੀ ਪਾਏ, ਉਹਦੇ ਖਾਤਿਆਂ ਦੇ ਵਿੱਚ ਜਿਹੜੇ ਆ ਉਹਦੇ ਘਰ ਦੇ ਵਿੱਚ ਅਨਾਜ ਵੀ ਭੇਜਿਆ, ਦਾਲਾਂ ਵੀ ਭੇਜੀਆਂ, ਕਣਕ ਵੀ ਭੇਜੀ, ਚੌਲ ਵੀ ਭੇਜੇ, ਤਾਂ ਕਿ ਕੋਈ ਭੁੱਖਾ ਨਾ ਮਰੇ। ਇਸ ਲਈ ਇਹ ਨੀਅਤ ਸਾਡੇ ਸਰਕਾਰ ਦੀ ਹੈਗੀ ਹੈ। ਹਾਂ, ਤੁਹਾਡੇ ਰਿਸੋਰਸਿਸ ਅਮਰੀਕਾ ਦੇ ਬਹੁਤ ਜ਼ਿਆਦਾ ਹੋ ਸਕਦੇ ਨੇ, ਸਾਡੇ ਘੱਟ ਨੇ। ਅਸੀਂ ਜੀ ਚਲੋ ਆਪਾਂ ਬਾਅਦ ਚ ਵਾਪਸ ਆਵਾਂਗੇ ਉਹਨਾਂ ਵੱਲ। ਥੈਂਕ ਯੂ ਵੈਰੀ ਮਚ। ਸਵੈ ਜੀ, ਇਸ ਮੁੱਦੇ ਤੇ ਜਿੱਦਾਂ ਢਿੱਲੋਂ ਸਾਹਿਬ ਨੇ ਕਿਹਾ ਕਿ ਸਰਕਾਰ ਦੀ ਨੀਅਤ ਵੀ ਹੈ, ਬੇਭਰੋਸਗੀ ਵਾਲੀ ਵੀ ਕੋਈ ਵਜ੍ਹਾ ਨਹੀਂ। ਮੌਜੂਦਾ ਪ੍ਰਸਥਿਤੀਆਂ ਜਿੰਨੇ ਸੋਰਸੇਜ ਹੈ ਉਹਦੇ ਮੁਤਾਬਕ ਹੀ ਸਰਕਾਰ ਫੈਸਲੇ ਲੈਣ ਜਾਏਗੀ। ਦੇਖੋ, ਢਿੱਲੋਂ ਸਾਹਿਬ ਦੇ ਕਹਿਣ ਨਾਲ ਕੋਈ ਫਰਕ ਨਹੀਂ ਪੈਣਾ ਜੀ, ਕਿਉਂਕਿ ਤੱਥ ਮੂੰਹੋਂ ਬੋਲਦੇ ਨੇ। ਇਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਤੇ ਵਿਸ਼ਵਾਸ ਕਿਉਂ ਨਹੀਂ ਕਰਦੇ। ਕਿਉਂ ਕਰੀਏ ਪ੍ਰਧਾਨ ਮੰਤਰੀ ਤੇ ਵਿਸ਼ਵਾਸ? ਜਿੰਨੇ ਪ੍ਰਧਾਨ ਮੰਤਰੀ ਨੇ ਹੁਣ ਤੱਕ ਵਾਅਦੇ ਕੀਤੇ ਕੋਈ ਨਿਭਾਇਆ? ਇਹ ਤਾਂ ਜ਼ਬਾਨੀ ਕਹਿ ਰਹੇ ਨੇ। GST ਦੇ ਵਿੱਚ ਜਿਹੜਾ GST ਕੰਪਨਸੇਸ਼ਨ ਐਕਟ ਬਣਾਇਆ ਗਿਆ ਬਕਾਇਦਾ ਪਾਰਲੀਮੈਂਟ ਰਾਹੀਂ, ਕਿ ਸਟੇਟਾਂ ਨੂੰ 5 ਸਾਲ ਤੱਕ ਜਿਹੜਾ ਕੰਪਨਸੇਸ਼ਨ ਹੈਗਾ ਉਹ 14% ਵਧਾ ਕੇ ਹਰ ਸਾਲ ਦੇਵਾਂਗੇ। ਤੇ ਜਦੋਂ ਹੁਣ ਪ੍ਰੋਬਲਮ ਆਈ ਉਦੋਂ ਹੱਥ ਪਿੱਛੇ ਖਿੱਚ ਲਿਆ, ਮਨਾ ਕਰਤਾ। ਹੁਣ ਕਹਿ ਦਿੱਤਾ ਕਿ ਸਟੇਟਾਂ ਆਪਣੇ ਜਿਹੜੀ ਹੈਗੀ ਹੈ ਜਿੰਨਾ ਘਾਟਾ ਪਿਆ ਉਹ ਆਪਣਾ ਲੋਨ ਆਪ ਲੈਣ। ਨਹੀਂ ਮੰਨੇ। ਸਟੇਟਾਂ ਨੇ ਬੜਾ ਜ਼ੋਰ ਲਾਇਆ, ਰੌਲਾ ਪਾਇਆ, ਲੇਕਿਨ ਨਹੀਂ ਮੰਨਿਆ। ਆਖਿਰ ਮੰਨਣਾ ਪਿਆ ਸਟੇਟਾਂ ਨੂੰ। ਤਾਂ ਉਸ ਤੋਂ ਬਾਅਦ ਤੁਸੀਂ ਦੇਖੋ ਜਿਹੜੇ ਹੋਰ, ਮੈਂ 15 ਲੱਖ ਵੱਲ ਨਹੀਂ ਜਾਵਾਂਗਾ, ਕਿਉਂ ਆਪ ਹੀ ਕਹਿੰਦੇ ਨੇ ਕਿ ਉਹ ਤਾਂ ਜੁਮਲਾ ਸੀ। ਆਪਾਂ ਇਸ ਮੁੱਦੇ ਤੇ ਪਤਾ ਸੀ ਇਸ ਗੱਲ ਦਾ। ਕਿੰਨੇ ਹੋਰ ਜਿਹੜੇ ਪ੍ਰਧਾਨ, ਇਹ ਪਹਿਲੀ ਵੇਰਾ ਹੈਗਾ। ਮੋਟੀ ਜੀ ਗੱਲ ਮੈਂ ਕਰਦਾ, ਮੋਟੀ ਜੀ ਗੱਲ। ਹਿੰਦੁਸਤਾਨ ਦੀ ਹਿਸਟਰੀ ਦੇ ਵਿੱਚ ਆਜ਼ਾਦੀ ਤੋਂ ਬਾਅਦ ਇਹ ਪਹਿਲਾ ਪ੍ਰਧਾਨ ਮੰਤਰੀ ਹੈਗਾ ਜਿਹਦੇ ਗੱਲਾਂ ਤੇ, ਜਿਹਦੇ ਵਾਅਦਿਆਂ ਤੇ ਲੋਕੀ ਵਿਸ਼ਵਾਸ ਨਹੀਂ ਕਰਦੇ। ਕਿਉਂ ਨਹੀਂ ਕਰਦੇ? ਕਿਉਂਕਿ ਇਹਨਾਂ ਨੇ ਬਾਹਰ ਦੀ ਗੱਲ ਨਹੀਂ, ਜੋ ਪਾਰਲੀਮੈਂਟ ਦੇ ਅੰਦਰ ਕਹਿ ਕੇ ਉਹਨੂੰ ਮੁੱਕਰ ਜਾਂਦੇ ਨੇ, ਕਾਨੂੰਨ ਬਣਾ ਕੇ ਮੁੱਕਰ ਜਾਂਦੇ ਨੇ। ਕੌਣ ਵਿਸ਼ਵਾਸ ਕਰੇਗਾ ਇਹਨਾਂ ਦਾ? ਹੁਣ MSP ਦੇ ਕਈ ਨੇ ਸਾਡਾ ਅੱਜ ਦੇ ਟਾਈਮ ਜੋ ਮੈਨੀਫੈਸਟੋ ਸੀ, ਅਸੀਂ ਲਾਈਨ ਬਾਈ ਲਾਈਨ ਪੂਰਾ ਕੀਤਾ ਹੈ। ਢਿੱਲੋਂ ਸਾਹਿਬ ਪਲੀਜ਼, ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਾਂ ਕਿ ਤੁਹਾਡਾ ਟਾਈਮ ਤੁਸੀਂ ਆਪਣੇ ਵਿੱਚ ਬਾਅਦ ਜਵਾਬ ਦੇ ਲਿਓ, ਪਲੀਜ਼ ਨਾ ਕੱਟੋ ਵਿੱਚੋਂ। ਤੇ ਅੱਜ ਜਿਹੜਾ ਹੁਣ ਅਸੀਂ ਬਾਰ-ਬਾਰ ਕਿਉਂ ਮੁੜ ਕੇ ਨਿਤਨ ਗਡਕਰੀ ਦੇ ਬਿਆਨ ਵੱਲ ਆ ਰਹੇ ਹਾਂ, ਤੇ ਤੁਸੀਂ ਕਿ ਇਹਨਾਂ ਨੇ MSP ਜਿਹੜਾ ਹੈਗਾ, ਇਹ ਕਹਿੰਦੇ ਨੇ ਗੱਲ ਕਰਨੀ ਨਹੀਂ ਹੈਗੀ, ਪ੍ਰੋਕਿਊਰਮੈਂਟ ਖਤਮ ਕਰਨੀ ਹੈਗੀ ਹੈ। ਇਹ ਲਿਖਿਆ ਅਖਬਾਰ ਤੇ ਲਿਖਿਆ, ਪੜ੍ਹਿਆ, ਸਾਰੇ ਪੜ੍ਹ ਰਹੇ ਨੇ। ਇਹ ਕਿਸਾਨ ਕਮਲੇ ਨਹੀਂ ਗਏ, ਕਿਸਾਨ ਪੜ੍ਹੇ ਨੇ, ਰੜੇ ਨੇ, ਉਹਨਾਂ ਨੂੰ ਤਜਰਬਾ ਕਿੰਨੇ ਸਾਲਾਂ ਦਾ, ਕਿ ਉਹਨਾਂ ਨੇ ਜੋ ਸਰਕਾਰ ਕਹਿ ਰਹੀ ਹੈ ਗਲਤ ਕਹਿ ਰਹੀ ਹੈ। ਦੂਜੀ ਗੱਲ ਸਵੈ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ। ਮੇਰੀ ਮਜਬੂਰੀ ਹੈ ਬ੍ਰੇਕ ਲੈਣ ਦੀ। ਸਵੈ ਜੀ, ਮੈਂ ਆਉਂਗਾ ਤੁਹਾਡੇ ਵੱਲ। ਬ੍ਰੇਕ ਤੋਂ ਬਾਅਦ ਮੈਂ ਤੁਹਾਡੇ ਵੱਲ ਹੀ ਆ ਰਿਹਾ ਵਾਪਸ, ਪਲੀਜ਼। ਛੋਟੀ ਜੀ ਬ੍ਰੇਕ ਤੋਂ ਬਾਅਦ ਇਸੇ ਮੁੱਦੇ ਤੇ ਆ ਰਹੇ ਹਾਂ ਵਾਪਸ। ਕੇਂਦਰ ਅਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਵਿਚਕਾਰ ਜਿਹੜੀ ਮੀਟਿੰਗ ਹੈ ਕਿਉਂ ਬੇਸਿੱਟਾ ਰਹੀ, ਇਸ ਬੇਸਿੱਟਾ ਮੀਟਿੰਗ ਤੇ ਜਿਹੜੇ ਉੱਠ ਰਹੇ ਸਵਾਲ ਉਹਨਾਂ ਬਾਰੇ ਕਰਾਂਗੇ ਚਰਚਾ ਛੋਟੀ ਜੀ ਬ੍ਰੇਕ ਦੇ ਬਾਅਦ। ਨਜ਼ਰੀਏ ਦੀ ਡਿਬੇਟ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ। ਸੋ ਜੀ, ਬ੍ਰੇਕ ਤੋਂ ਪਹਿਲਾਂ ਤੁਸੀਂ ਆਪਣੀ ਗੱਲ ਮੁਕੰਮਲ ਕਰ ਰਹੇ ਸੀ, ਪਲੀਜ਼। ਸਰ, ਮੈਂ ਇਹ ਕਹਿਣਾ ਚਾਹੁੰਦਾ ਸੀਗਾ ਕਿ ਜੋ ਢਿੱਲੋਂ ਸਾਹਿਬ ਬਾਰ-ਬਾਰ ਕਹਿ ਰਹੇ ਨੇ ਕਿ ਮੋਦੀ ਜੀ ਤੇ ਗੱਲ ਦੇ ਵਿਸ਼ਵਾਸ ਕਰੋ, ਕਿਉਂਕਿ ਵਿਸ਼ਵਾਸ ਕਰਨ ਵਾਲੀ ਕੋਈ ਗੱਲ ਨਹੀਂ ਹੈਗੀ ਹੈ। ਜੋ ਵੀ ਹੋਣਾ ਚਾਹੀਦਾ ਹੈ ਕਾਨੂੰਨ, ਹੁਣ ਕਾਨੂੰਨ ਬਣੇ ਹੋਏ ਨੇ, ਕਾਨੂੰਨ ਲਾਗੂ ਨੇ। ਜ਼ਬਾਨੀ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ। ਸਿਰਫ ਤੇ ਸਿਰਫ ਇੱਕੋ ਮੋਟੀ ਗੱਲ ਹੈਗੀ ਹੈ ਕਿ ਕਾਨੂੰਨ ਵਾਪਸ ਕਰੋ, ਰੱਦ ਕਰੋ। ਤੇ ਆਪਾਂ ਡਿਬੇਟ ਵੀ ਕਰਨ ਦਾ ਮੇਰੇ ਖਿਆਲ ਦੇ ਨਾਲ ਕੋਈ ਆਪਣਾ ਮਕਸਦ ਬਾਕੀ ਨਹੀਂ ਰਹਿ ਜਾਂਦਾ, ਕਿਉਂਕਿ ਕਿੰਨੀਆਂ ਡਿਬੇਟਸ, ਕਿੰਨੀਆਂ ਵਿਚਾਰਾਂ ਲਗਾਤਾਰ ਹੋ ਰਹੀਆਂ ਨੇ। ਅੱਜ 7ਵੀਂ ਮੀਟਿੰਗ ਸੀ ਕਿਸਾਨਾਂ ਦੀ ਸਰਕਾਰ ਨਾਲ। ਹਰ ਮੀਟਿੰਗ ਦੇ ਵਿੱਚ ਕਿਸਾਨਾਂ ਨੇ ਆਪਦਾ ਜਿਹੜਾ ਪੱਖ ਹੈ ਮਜ਼ਬੂਤੀ ਨਾਲ ਰੱਖਿਆ ਤੇ ਸਰਕਾਰ ਨੂੰ ਜਿਤਾਤਾ ਕਿ ਤੁਹਾਡੇ ਜਿਹੜੇ ਕਿੰਨੇ ਕਾਨੂੰਨ ਨੇ ਇਹ ਗਲਤ ਨੇ, ਇਹ ਕਿਸਾਨ ਮਾਰੂ ਨੇ।
ਤੇ ਉਹਨਾਂ ਦੇ ਮੰਤਰੀ ਮੰਨਦੇ ਵੀ ਨੇ, ਮੀਟਿੰਗ 'ਚ ਮੰਨਦੇ ਨੇ ਕਿ ਹਾਂ ਜੀ ਗਲਤੀ ਹੈ, ਤੁਸੀਂ ਸੁਧਾਰ ਕਰਾ ਲਓ ਜੋ ਕਰਾਉਣਾ ਹੈ। ਜਦੋਂ ਹੁਣ ਮੰਨਦੇ ਨੇ ਕਿ ਕਾਨੂੰਨ ਗਲਤ ਨੇ, ਫਿਰ ਵਾਪਸ ਕਰਨ ਦੇ ਵਿੱਚ ਕਿਹੜੀ ਅੜੀ ਹੈ? ਸਰਕਾਰਾਂ ਕੋਈ ਅੜੀ ਨਹੀਂ ਕਰਦੀਆਂ ਹੁੰਦੀਆਂ, ਸਰਕਾਰਾਂ ਹੜਧਰਮੀ ਨਹੀਂ ਕਰਦੀਆਂ ਹੁੰਦੀਆਂ, ਕਿਉਂਕਿ ਇਹ ਸਰਕਾਰਾਂ ਕੋਈ ਹਿਟਲਰ ਦੀ ਸਰਕਾਰ ਤਾਂ ਹੈ ਨਹੀਂ ਗੀ, ਇਹ ਮੁਸੋਲਿਨ ਸਰਕਾਰ ਤਾਂ ਹੈ ਨਹੀਂ ਕੋਈ। ਇਹ ਹੈਗੀ ਹੈ ਡੈਮੋਕ੍ਰੇਸੀ, ਇਹ ਲੋਕਤੰਤਰ ਹੈਗਾ, ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਹੈਗੀ ਹੈ। ਸੋ ਲੋਕਾਂ ਦੁਆਰਾ ਚੁਣੀ ਸਰਕਾਰ ਨੂੰ ਕਿਸੇ ਕਿਸਮ ਦੀ ਕੋਈ ਏਦਾਂ ਜਿਹੜੀ ਹੈਗੀ ਆ ਅੜੀ ਵਾਲਪਣਾ ਜਾਂ ਜਿੱਦੀ ਜਿਹੜਾ ਵਤੀਰਾ ਉਹ ਨਹੀਂ ਰੱਖਣਾ ਚਾਹੀਦਾ। ਸਗੋਂ ਅੱਜ ਚਾਹੀਦਾ ਸੀਗਾ, ਦੇਖੋ ਸਾਡੇ 60 ਤੋਂ ਵੱਧ ਕਿਸਾਨ ਜਾਨ ਦੇ ਚੁੱਕੇ ਨੇ ਜੀ ਉੱਥੇ। ਚਾਹੀਦਾ ਇਹ ਸੀਗਾ ਕਿ ਉੱਥੇ ਅੱਜ ਹੀ ਮੀਟਿੰਗ ਦੇ ਵਿੱਚ ਸੱਚੀ ਸ਼ਰਧਾਂਜਲੀ ਉਹਨਾਂ 60 ਕਿਸਾਨਾਂ ਨੂੰ ਇਹ ਸੀਗੀ ਜਿਹੜੇ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ, ਕਿ ਜੋ ਉਹਨਾਂ ਨੇ ਇੱਥੇ ਸੋਚ ਕੇ ਜੋ ਵਿਚਾਰ ਨਾਲ ਇੱਥੇ ਆਏ ਸੀਗੇ ਇਸ ਧਰਨੇ ਦੇ ਵਿੱਚ, ਤੇ ਉਹਨਾਂ ਦੀ ਆਪਾਂ ਆਤਮਾ ਨੂੰ ਸ਼ਾਂਤੀ ਮਿਲੇਗੀ ਉਹਨਾਂ ਨੂੰ ਅਗਰ ਆਪਾਂ ਕਾਨੂੰਨ ਵਾਪਸ ਕਰ ਲਾਂਗੇ। ਠੰਡ ਜੀ ਸਰ ਜੀ ਬਿਲਕੁਲ ਬੈਠੇ ਨੇ ਹੈ ਨਾ, ਕਿਉਂ ਨਹੀਂ ਸਰਕਾਰ ਮੰਨਦੀ, ਕਿਉਂ ਨਹੀਂ ਸਰਕਾਰ ਦੇਖਦੀ? ਸਰਕਾਰ ਨੂੰ ਕੋਈ ਨਜ਼ਰ ਹੀ ਨਹੀਂ ਆ ਰਿਹਾ। ਇੰਨਾ ਕਦੇ ਨਹੀਂ ਦੇਖਿਆ ਏਦਾਂ ਸਰਕਾਰ ਜਿਹੜੀ ਇੰਨੀ ਭੈੜੀ ਸਰਕਾਰ ਜਿਹੜੀ ਹੈਗੀ ਹੈ, ਜਿਨ੍ਹਾਂ ਨੂੰ ਲੋਕਾਂ ਦੀ ਹਾਲਤ ਦਾ ਬਿਲਕੁਲ ਕੋਈ ਸੰਵੇਦਨਸ਼ੀਲਤਾ ਹੈ ਹੀ ਨਹੀਂ, ਬਿਲਕੁਲ ਨਹੀਂ ਹੈਗੀ। ਜੀ ਸਰ ਜੀ ਤੁਹਾਡੀ ਗੱਲ ਆ ਗਈ, ਥੈਂਕ ਯੂ ਸਰ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ, ਥੈਂਕ ਯੂ ਵੈਰੀ ਮਚ। ਡਾਕਟਰ ਗਿਆਨ ਸਿੰਘ ਜੀ, ਮੈਂ ਅੱਗੇ ਜਾਣ ਤੋਂ ਪਹਿਲਾਂ ਤੁਹਾਡੇ ਤੋਂ ਸਵਾਲ ਜ਼ਰੂਰ ਲੈਣਾ ਚਾਹਾਂਗਾ। ਢਿੱਲੋਂ ਸਾਹਿਬ ਨੇ ਜਿਸ ਮੁੱਦੇ ਤੇ ਚਰਚਾ ਕੀਤੀ ਹੈ, ਉਹਨਾਂ ਨੇ ਕਿਹਾ ਹੈ ਕਿ ਆਪਾਂ ਅਮਰੀਕਾ ਤੇ ਇੰਡੀਆ ਦੀ ਤੁਲਨਾ ਨਹੀਂ ਕਰ ਸਕਦੇ, ਉੱਥੇ ਪ੍ਰਸਥਿਤੀਆਂ ਹੋਰ ਹੈ, ਸਾਡੇ ਪ੍ਰਸਥਿਤੀਆਂ ਹੋਰ ਹੈ, ਸਾਡੀਆਂ ਪ੍ਰਸਥਿਤੀਆਂ ਮੁਤਾਬਕ ਸਰਕਾਰ ਫੈਸਲੇ ਲੈ ਰਹੀ ਹੈ ਔਰ ਕੋਈ ਨੀਅਤ ਦੇ ਉੱਤੇ ਜਾਂ ਪੱਤਰੀ ਉੱਤੇ ਸ਼ੱਕ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ ਇਹਨਾਂ ਮੁੱਦਿਆਂ ਤੇ। ਇਹ ਮੈਨੂੰ ਲੱਗਦੀ ਹੈ ਗੱਲ ਸਿੱਧੂ ਸਾਹਿਬ ਇਹ ਹੈ, ਬਿਲਕੁਲ ਢਿੱਲੋਂ ਸਾਹਿਬ ਦਰੁਸਤ ਨੇ, ਸਾਨੂੰ ਅਮਰੀਕਾ ਦੇ ਨਾਲ ਇੰਡੀਆ ਦਾ ਕੰਪੈਰੀਜ਼ਨ ਨਹੀਂ ਕਰਨਾ ਚਾਹੀਦਾ। ਇਹ ਕੰਪੈਰੀਜ਼ਨ ਮੈਂ ਤਾਂ ਕਰ ਨਹੀਂ ਰਿਹਾ, ਇਹ ਤਾਂ ਨਿਤਨ ਗਡਕਰੀ ਕਰ ਰਹੇ ਨੇ। ਉਹਨਾਂ ਨੇ ਆਪਦੇ ਬਿਆਨ 'ਚ ਪਹਿਲਾਂ ਕਿਹਾ ਸੀ ਕਿ ਸਾਡੀ MSP ਸਾਡੀ ਡੋਮੈਸਟਿਕ ਤੇ ਇੰਟਰਨੈਸ਼ਨਲ ਮਾਰਕੀਟ ਪ੍ਰਾਈਸ ਆ ਉਹਦੇ ਨਾਲ ਜ਼ਿਆਦਾ ਹੈਗੀ। ਮੈਂ ਦੱਸਦਾ ਕਿ ਇੰਟਰਨੈਸ਼ਨਲ ਮਾਰਕੀਟ ਪ੍ਰਾਈਸ ਘੱਟ ਕਿਉਂ ਹੈ? ਘੱਟ ਇਸ ਲਈ ਹੈ ਕਿ ਉੱਥੇ ਸਬਸਿਡੀਜ਼ ਬਹੁਤ ਜ਼ਿਆਦਾ ਮਿਲਦੀਆਂ ਨੇ, ਹੈ ਨਾ, ਤੇ ਸਾਡੇ ਤਾਂ ਵੇ ਆਫ ਲਾਈਫ ਹੈ, ਸਾਡੇ 2 ਡੰਗ ਦੀ ਰੋਟੀ ਦਾ ਰੌਲਾ ਹੈਗਾ, ਸਾਨੂੰ ਉਸ ਕੰਪੈਰੀਜ਼ਨ 'ਚ ਨਹੀਂ ਪੈਣਾ ਚਾਹੀਦਾ। ਸੋ ਸਾਡੀਆਂ ਜਿਹੜੀਆਂ ਨੀਤੀਆਂ ਨੇ ਉਹ ਇਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਨੇ, ਜਿਹੜੇ ਬੰਦੇ ਹੱਡ ਭੰਨਵੀਂ ਮਿਹਨਤ ਕਰਦੇ ਆ ਘੱਟੋ ਘੱਟ ਉਹਦੀਆਂ ਮੁੱਢਲੀਆਂ 7 ਲੋੜਾਂ ਪੂਰੀਆਂ ਕਰ ਸਕੇ। ਇਸ ਲਈ ਢਿੱਲੋਂ ਸਾਹਿਬ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਇਹਨਾਂ ਦੀ ਪਾਰਟੀ ਹੈ, ਬਾਕੀ ਇਹ ਉੱਥੇ ਤੱਕ ਪਹੁੰਚ ਹੋਊਗੀ, ਉਹਨੂੰ ਸੋਚਣਾ ਚਾਹੀਦਾ ਇਹ ਕਾਨੂੰਨ ਵਾਪਸ ਲੈ ਕੇ ਵੀ ਨਹੀਂ ਸਰਨਾ। ਕਾਨੂੰਨ ਵਾਪਸ ਲੈਣ ਤੋਂ ਅੱਗੇ ਵੀ ਪੈਂਡਾ ਬਹੁਤ ਹੈਗਾ ਕਿ ਉਹਨਾਂ ਲਈ ਕਰਨ ਵਾਲਾ ਕੰਮ ਬਹੁਤ ਜ਼ਿਆਦਾ ਪਿਆ ਹੈ। ਨਹੀਂ ਮੁੜ ਕੇ ਜਦ ਅਸੀਂ 60ਵਿਆਂ 'ਚ ਅਨਾਜ ਮੰਗਵਾ ਰਹੇ ਸੀ, ਉਸ ਮੌਕੇ ਦਾ PL 480 ਥੱਲੇ ਅਮਰੀਕਾ ਦੇ ਕੰਡੀਸ਼ਨ ਮੰਨ ਕੇ ਅਸੀਂ ਮੰਗਵਾ ਲਿਆ ਸੀ। ਜਦ ਸਾਡੀ ਪਾਪੂਲੇਸ਼ਨ 44 ਕਰੋੜ ਤੋਂ ਘੱਟ ਸੀ, ਸਾਡੀ 44 ਕਰੋੜ ਪਾਪੂਲੇਸ਼ਨ ਹੁੰਦੀ 1971 'ਚ, ਹੁਣ ਸਾਡੀ ਪਾਪੂਲੇਸ਼ਨ 135 ਕਰੋੜ ਦੇ ਨਜ਼ਦੀਕ ਹੈਗੀ। ਹੁਣ ਕਿੱਥੋਂ ਮੰਗਾਂਗੇ? ਅੱਜ ਜਿਹੜੇ ਹਾਈਲੀ ਡਿਵੈਲਪ ਕੰਟਰੀ ਹੈ ਸਸਤੇ ਅਨਾਜ ਦੀ ਗੱਲ ਕਰਦੇ ਨੇ, ਜਦੋਂ 135 ਕਰੋੜ ਲੋਕਾਂ ਦੀ ਡਿਮਾਂਡ ਜਾਣੀ ਹੈ ਤਾਂ ਉਹ ਕਿੱਥੋਂ ਪੂਰੀ ਹੋਊਗੀ? ਇਸ ਲਈ ਦੇਸ਼ ਦੀ ਸਰਕਾਰ ਨੂੰ COVID-19 ਤੋਂ ਸਿੱਧਾ ਜਿਹਾ ਸਬਕ ਲੈ ਲੈਣਾ ਚਾਹੀਦਾ। ਸਾਡਾ ਕਾਰਾਂ, ਕੋਠੀਆਂ, ਜਹਾਜ਼ਾਂ ਜਾਂ ਕਾਰਪੋਰੇਸ਼ਨਾਂ ਤੋਂ ਬਿਨਾਂ ਸਰ ਜੂਗਾ, ਸਾਡਾ ਰੋਟੀ ਤੋਂ ਬਿਨਾਂ ਸਰਨਾ। ਰੋਟੀ ਸਾਨੂੰ ਖੇਤੀਬਾੜੀ ਖੇਤਰ ਨੇ ਦੇਣੀ ਹੈ, ਖੇਤੀਬਾੜੀ ਖੇਤਰ ਰੋਟੀ ਤਾਂ ਦੇਊਗਾ ਜੇ ਉਹਨੂੰ ਅਸੀਂ ਜਿਉਂਦਾ ਰੱਖਾਂਗੇ। ਜੇ ਅਸੀਂ ਕਾਰਪੋਰੇਟਾਂ ਨੂੰ ਜ਼ਮੀਨ ਤੇ ਖੇਤੀ ਦੇਤੀ, ਉਹ ਜ਼ਰੂਰੀ ਨਹੀਂ ਕਿ ਸਾਨੂੰ ਅਨਾਜ ਦੇਣਗੇ, ਉਹ ਜ਼ਰੂਰੀ ਨਹੀਂ ਕਿ ਅੱਜ ਦੇ ਭਾਅ ਦੇ ਅਨਾਜ ਦੇਣਗੇ, ਉਹਦਾ ਉਹ ਫਸਲਾਂ ਪੈਦਾ ਕਰਨਗੇ ਜਿਨ੍ਹਾਂ ਦੀ ਮੰਗ ਮਾਰਕੀਟ 'ਚ ਹੈਗੀ, ਜਿਹਦੇ ਪ੍ਰੋਫਿਟ ਹੈਗਾ। ਬੇਲਗਾਮ ਮੰਡੀ ਦੀ ਗੱਲ ਹੋਊਗੀ। ਸੋ ਦੇਸ਼ ਦੀਆਂ ਨੀਤੀਆਂ ਨੂੰ ਬਦਲਣ ਦੀ ਵੱਡੇ ਪੱਧਰ ਤੇ ਮੈਨੂੰ ਲੋੜ ਮਹਿਸੂਸ ਹੁੰਦੀ ਹੈਗੀ। ਥੈਂਕ ਯੂ ਡਾਕਟਰ ਸਾਹਿਬ। ਢਿੱਲੋਂ ਸਾਹਿਬ ਤੁਸੀਂ ਆਪਣੇ ਕਮੈਂਟਸ ਜਿਹੜਾ ਜਵਾਬ ਵੀ ਜ਼ਰੂਰ ਦਿਓ, ਪਰ ਇੱਕ ਸਵਾਲ ਢਿੱਲੋਂ ਸਾਹਿਬ ਮੇਰਾ ਵੀ ਤੁਸੀਂ ਲੈ ਲਿਓ। ਜਿਹੜੀਆਂ ਪ੍ਰਸਥਿਤੀਆਂ ਦੇਖੋ, ਆਪਾਂ ਪੰਜਾਬ 'ਚ ਬੈਠੇ ਹਾਂ, ਪੰਜਾਬ ਦੀ ਗੱਲ ਕਰ ਰਹੇ ਹਾਂ, ਜਿਸ ਤਰੀਕੇ ਨਾਲ ਭਾਜਪਾ ਨੂੰ ਪੰਜਾਬ ਦੇ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤੁਹਾਡੇ ਜਿਹੜੇ ਡੈਪੂਟੇਸ਼ਨ ਹੈ ਜਾ ਕੇ ਗਵਰਨਰ ਨੂੰ ਵੀ ਮਿਲੇ ਆ, ਉਸ ਮੁੱਦੇ ਤੇ ਵੀ ਕਾਫੀ ਗਰਮਾ ਗਰਮੀ ਹੋਈ ਵੀ ਹੈ। ਜੇ ਇੰਨੀਆਂ ਪ੍ਰਸਥਿਤੀਆਂ ਵਾਜਬ ਹੁੰਦੀਆਂ ਤਾਂ ਪੰਜਾਬ 'ਚ ਭਾਜਪਾ ਨੂੰ ਏਦਾਂ ਦੇ ਵਿਰੋਧ ਦਾ ਸਾਹਮਣਾ ਨਾ ਕਰਨਾ ਪੈਂਦਾ, ਜੋ ਹਾਲਾਤ ਇਸ ਵੇਲੇ ਪੰਜਾਬ ਦੇ ਅੰਦਰ ਬਣੀ ਵੀ ਹੈ। ਜੀ ਢਿੱਲੋਂ ਸਾਹਿਬ। ਸਿੱਧੂ ਸਾਹਿਬ, ਤੁਸੀਂ ਪਿਛਲੇ ਸਾਲ ਇੱਕ ਦੇਖਿਆ ਆਪਾਂ ਕਿ ਉਹਦੇ 'ਚ ਬੜਾ ਚੱਲਿਆ ਜੀ ਅਭਿਵਿਅਕਤੀ ਕੀ ਆਜ਼ਾਦੀ। ਉਹ ਨਾਂ ਲੈਣਾ ਵੀ ਬੜਾ ਔਖਾ ਜਿਹਾ ਲੱਗਦਾ, ਬੋਲਣ ਦੀ ਆਜ਼ਾਦੀ ਕਹਿ ਲਈ ਆਪਾਂ ਸੌਖੀ ਭਾਸ਼ਾ ਦੇ ਵਿੱਚ, ਜਾਂ ਲੱਗਦਾ ਅਸਹਿਣਸ਼ੀਲਤਾ, ਇੱਕ ਆਹ ਵਰਡ ਆਇਆ ਸੀਗਾ, ਅਨਟੋਲਰੇਸ਼ਨ, ਹੈ ਨਾ। ਇਹ ਵਰਡ ਆਏ ਸੀਗੇ, ਕਿਹਨਾਂ ਨੇ ਕਹੇ ਸੀਗੇ ਜੀ? ਇਹ ਜਿਹੜੇ ਵਿਰੋਧ ਕਰਨ ਵਾਲੇ ਸਰਕਾਰ ਦੇ ਖਿਲਾਫ। ਅੱਜ ਕੀ ਮਾਹੌਲ ਬਣਾਤਾ ਜੀ? ਅੱਜ ਪੰਜਾਬ ਦੇ ਵਿੱਚ ਉਹੀ ਹੈ, ਨਾ ਤਾਂ ਭਾਜਪਾ ਵਾਲਿਆਂ ਨੂੰ ਅਭਿਵਿਅਕਤੀ ਦੀ ਆਜ਼ਾਦੀ ਹੈ, ਨਾ ਉਹਨਾਂ ਨੂੰ ਆਪਣਾ ਕੋਈ ਗੱਲ ਰੱਖਣ ਦੀ ਆਜ਼ਾਦੀ ਹੈ।
ਜੇ ਉਹ ਕੋਈ ਕਮੈਂਟ ਕਰਦੇ ਆ ਜਾਂ ਸਰਕਾਰ ਦੀ ਕੋਈ ਗੱਲ ਕਰਦੇ ਆ, ਦੱਸਦੇ ਆ, ਉਹਨਾਂ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਤੱਕ ਕੱਢੀਆਂ ਜਾਂਦੀਆਂ ਨੇ, ਉਹਨਾਂ ਦੀਆਂ ਕਾਰਾਂ ਦੇ ਸ਼ੀਸ਼ੇ ਭੰਨੇ ਜਾਂਦੇ ਨੇ, ਘਰਾਂ ਦੇ ਬਾਹਰ ਧਰਨੇ ਲਾ ਕੇ ਉਹ ਊਲ ਜਲੂਲ ਹਰਕਤਾਂ ਹੋ ਰਹੀਆਂ ਨੇ ਜਿਹੜੀਆਂ ਰਹਿ ਰੱਬ ਦਾ ਨਾ। ਸੋ ਇਹ ਇੱਕ ਹੀ ਗੱਲ, ਇੱਕੇ ਪਾਸੇ ਨੂੰ ਆਜ਼ਾਦੀ ਚਾਹੀਦੀ ਹੈ, ਦੂਜੇ ਪਾਸੇ ਵਾਲੇ ਸਾਡਾ ਜੀਣ ਦਾ ਅਧਿਕਾਰ ਨਹੀਂ। ਬਸ ਹੀ ਸਾਡਾ ਆਪਣਾ ਡੈਮੋਕ੍ਰੇਸੀ ਦੇ ਵਿੱਚ ਕੀ ਵਿਰੋਧ ਕਰਨ ਵਾਲਿਆਂ ਨੂੰ ਹੀ ਵਿਰੋਧ ਦਾ ਅਧਿਕਾਰ ਹੈ, ਕੀ ਸਰਕਾਰ ਦਾ ਪੱਖ ਰੱਖਣ ਵਾਲਿਆਂ ਨੂੰ ਪੱਖ ਰੱਖਣ ਦਾ ਅਧਿਕਾਰ ਨਹੀਂ। ਜਦੋਂ ਕੋਈ ਗੱਲ ਕਰਦੇ ਆ ਉਹਦੇ ਚ ਮੈਂ ਵੇਖਿਆ ਸੋਸ਼ਲ ਮੀਡੀਆ ਦੇ ਉੱਤੇ ਇਹੋ ਜਿਹੇ ਗੰਦੇ ਕਮੈਂਟਸ ਆਉਂਦੇ ਨੇ ਜਿਨ੍ਹਾਂ ਨੂੰ ਵੇਖ ਕੇ ਸਾਨੂੰ ਆਪ ਨੂੰ ਸ਼ਰਮ ਆਉਂਦੀ ਹੈ ਔਰ ਕਹਿਣਾ ਪੈਂਦਾ ਵੀ ਵੀਰੋ ਭਰਾਵੋ, ਤੁਹਾਡੀਆਂ ਮਾਵਾਂ ਭੈਣਾਂ ਵੀ ਇਹ ਪੜ੍ਹਦੀਆਂ ਆਉਣਗੀਆਂ ਤੇ ਕੀ ਕਹਿੰਦੀਆਂ ਆਉਣਗੀਆਂ, ਤੁਸੀਂ ਇਸ ਨੂੰ ਸਮਝੋ। ਦੂਜੀ ਗੱਲ, ਇੱਕ ਪੱਖ ਰੱਖਿਆ ਮੈਂ, ਦੂਜੀ ਗੱਲ ਰੱਖਣ ਲੱਗਾ ਹੈ ਜੀ ਢਿੱਲੋਂ ਸਾਹਿਬ, ਇਸ ਮੁੱਦੇ ਤੇ ਤੁਸੀਂ ਇਕੱਠਾ ਜਵਾਬ ਦੇ ਦਿਓ। ਇਸ ਮੁੱਦੇ ਤੇ ਤੁਸੀਂ ਇਕੱਠਾ ਜਵਾਬ ਦੇ ਦਿਓ। ਕਿਧਰੇ ਇਹ ਵੀ ਹੈ ਕਿ ਜਿਸ ਤਰੀਕੇ ਨਾਲ ਵਿਰੋਧ ਵੱਧ ਰਿਹਾ, ਉਹਦੇ ਵਿਰੋਧ ਦੇ ਵਿੱਚੋਂ ਹੀ ਜਿਹੜੀ ਕਿ ਕੜਕਣ ਪੈਦਾ ਹੁੰਦੀ ਹੈ। ਤੁਸੀਂ ਦੇਖੋ, ਆਪਾਂ ਸਾਰੇ ਜਾਣਦੇ ਹਾਂ ਕਿ 70 ਦੇ ਕਰੀਬ ਇਸ ਵੇਲੇ ਦਿੱਲੀ ਬਾਰਡਰ ਤੇ ਬੈਠੇ ਜਿਹੜੇ ਕਿਸਾਨ ਆ, ਕੋਈ ਹਾਦਸੇ 'ਚ ਮਾਰੇ ਗਏ, ਕੋਈ ਠੰਡ ਨਾਲ ਮਾਰੇ ਗਏ, ਕੋਈ ਬਿਮਾਰੀ ਨਾਲ ਮਾਰੇ ਗਏ। ਸਾਡੀ ਹਮਦਰਦੀ ਹੈ ਜੀ ਉਸ ਦੇ ਨਾਲ। ਜੇ ਉਹਦੇ 'ਚ 70 ਲੋਕ ਦਿੱਲੀ ਤੋਂ ਲਾਸ਼ਾਂ ਵਾਪਸ ਆਉਣਗੀਆਂ ਤਾਂ ਬਿਟਰਨੈਸ ਤੁਸੀਂ ਅੰਦਾਜ਼ਾ ਲਾਓ ਕਿ ਵਿਰੋਧ ਕਿਹੋ ਜਿਹਾ ਹੋਏਗਾ। ਜਾਨੀ ਸੰਵੇਦਨਾਸ਼ੀਲ ਦੋਨੇ ਪਾਸੇ ਹੋਣੀ ਚਾਹੀਦੀ ਹੈ ਨਾ। ਜੇ ਆਪਾਂ 70 ਲੋਕ ਬਾਰਡਰ ਤੇ ਮਰ ਗਏ, ਉਹਦੇ ਬਾਰੇ ਕਹਿੰਦੇ ਆ ਕਿ ਅੱਜ ਤੱਕ ਇੱਕ ਸ਼ਬਦ ਵੀ ਭਾਜਪਾ ਦੇ ਆਗੂਆਂ ਵੱਲੋਂ ਉਹਨਾਂ ਪ੍ਰਤੀ ਹਮਦਰਦੀ ਦਾ ਨਹੀਂ ਅਪਣਾਇਆ ਗਿਆ, ਨਾ ਪ੍ਰਧਾਨ ਮੰਤਰੀ ਵੱਲੋਂ, ਨਾ ਮੰਤਰੀ ਵੱਲੋਂ, ਜਿਹੜਾ ਹੈ ਕਿਸੇ ਵੱਲੋਂ। ਇਸ ਕਰਕੇ ਜੇ ਬਿਟਰਨੈਸ ਹੈਗੀ ਹੈ ਤਾਂ ਬਿਟਰਨੈਸ ਉਹਨਾਂ ਪਰਿਵਾਰਾਂ ਦੀ ਵੀ ਹੈ ਜਿਨ੍ਹਾਂ ਪਰਿਵਾਰਾਂ ਦੇ ਲੋਕ ਘਰਾਂ ਤੋਂ ਚਲੇ ਕੇ ਵਾਪਸ ਨਹੀਂ ਆਏ ਮੁੜ ਕੇ। ਸਿੱਧੂ ਸਾਹਿਬ, ਪੂਰੀ ਉਸ ਪਰਿਵਾਰਾਂ ਨਾਲ ਵੀ ਹਮਦਰਦੀ ਹੈ। ਸਾਨੂੰ ਆਪ ਨੂੰ ਦੁੱਖ ਹੈ, ਉਹ ਸਾਡੇ ਆਪਣੇ ਪਰਿਵਾਰ ਸੀ, ਉਹ ਸਾਡੇ ਆਪਣੇ ਪੰਜਾਬੀ ਸੀ ਜਿਹੜੇ ਉੱਥੇ ਸ਼ਹੀਦ ਹੋਏ ਨੇ। ਸਾਡੇ ਦਿਲ ਦੇ ਵਿੱਚ ਪੂਰੀ ਉਸ ਗੱਲ ਦੀ ਹਮਦਰਦੀ ਹੈ। ਪਰ ਗੱਲ ਇਹ ਹੈ ਸਰ, ਹੱਲ ਕੱਢਣ ਦੀ ਲੋੜ ਹੈ ਨਾ ਸਰ, ਹੱਲ ਕੱਢਣ ਦੀ ਜ਼ਰੂਰਤ ਹੈ। ਇਸ ਮੁੱਦੇ ਤੇ ਮੇਰੀ ਗੱਲ ਤੇ ਸੁਣੋ, ਹੱਲ ਕੱਢਣ ਦੀ ਜ਼ਰੂਰਤ ਹੈ। ਮੈਂ ਵੀ ਤਾਂ ਉਹੀ ਗੱਲ ਕਹਿ ਰਿਹਾ, ਸਰਕਾਰ ਮੇਰੀ ਗੱਲ ਤੇ ਸੁਣੋ ਕਿ ਪੂਰਾ ਬੈਠ ਕੇ ਗੱਲ ਤੇ ਚਰਚਾ ਕਰਕੇ ਤਾਂ ਹੱਲ ਨਿਕਲ ਸਕਦਾ। ਪਰ ਇਹੋ ਜਿਹੀਆਂ ਜਿਹੜੀਆਂ ਇੱਕ ਮੈਂ ਤੁਹਾਨੂੰ ਕੱਲ ਵੀ ਪਹਿਲਾਂ ਵੀ ਅਰਜ਼ ਕਰਨ ਲੱਗਿਆ ਸੀਗਾ, ਸ਼ਾਇਦ ਪੀਟੀਸੀ ਤੇ ਇਹ ਗੱਲ ਹੋਈ ਸੀ, ਆ ਜਿਹੜਾ ਆਪਾਂ ਤੁਰ ਪਏ ਨੇ ਟਾਵਰ ਤੋੜਨ ਵਾਲੇ ਪਾਸੇ ਜਾਂ ਦੂਜੇ ਪਾਸੇ, ਉਹਦੇ ਨਾਲ ਕਿਹੜਾ ਹੱਲ ਨਿਕਲਦਾ ਪਿਆ ਮੈਨੂੰ ਦੱਸੋ। ਅੱਜ ਤੁਸੀਂ ਨਿਤਿਨ ਗਡਕਰੀ ਦੇ ਬਿਆਨ ਦੀ ਗੱਲ ਕੀਤੀ, ਅੱਜ ਉਹਦਾ ਜੀਓ ਵਾਲੇ ਦਾ, ਆਪਣੇ ਅੰਬਾਨੀ ਦਾ ਵੀ ਬਿਆਨ ਆਇਆ। ਉਹਨੇ ਕਿਹਾ ਵੀ ਨਾ ਤਾਂ ਸਾਡੇ ਏਜੰਡੇ ਦੇ ਵਿੱਚ ਜ਼ਮੀਨਾਂ ਲੈਣੀਆਂ, ਖੇਤੀਬਾੜੀ ਕਰਨੀ ਸਾਡੇ ਏਜੰਡੇ 'ਚ ਨਹੀਂ ਹੈ, ਨਾ ਅਸੀਂ ਅੱਗੇ ਫਿਊਚਰ ਕਰਨੀ ਹੈ। ਇਹਦੇ ਬਾਰੇ ਕੋਈ ਇਹੋ ਜਿਹਾ ਗੱਲ ਨਹੀਂ। ਇੱਕ ਝੂਠਾ ਪ੍ਰੋਪਗੈਂਡਾ ਪੰਜਾਬ ਦੇ ਵਿੱਚ ਬਣਾ ਕੇ ਵੀ ਅਦਾਨੀਆਂ ਨੇ, ਅੰਬਾਨੀਆਂ ਨੇ ਤੁਹਾਡੀਆਂ ਜ਼ਮੀਨਾਂ ਤੇ ਕਬਜ਼ਾ ਕਰ ਲੈਣਾ, ਇਹ ਲੋਕਾਂ ਨੂੰ ਭੜਕਾਇਆ ਗਿਆ। ਔਰ ਜੱਟ ਨੂੰ ਬਹੁਤ ਪਿਆਰ ਹੁੰਦਾ ਆਪਣੀ ਜ਼ਮੀਨ ਦੇ ਨਾਲ, ਸਾਡਾ ਉਹ ਹੁੰਦਾ ਵੀ ਵੱਟ ਦੇ ਉੱਤੇ ਕੋਈ ਪੈਰ ਵੀ ਕਿਵੇਂ ਪਾ ਜੇ। ਸੋ ਇਹ ਭਾਵਨਾਵਾਂ ਭੜਕਾਈਆਂ ਗਈਆਂ ਨੇ, ਤੁਹਾਡੀਆਂ ਜ਼ਮੀਨਾਂ ਜਦ ਕਿ ਬਿਲਕੁਲ ਐਵੇਂ ਦਾ ਹੋਣ ਵਾਲਾ ਨਹੀਂ ਹੈ। ਓਕੇ, ਮੈਂ ਸਿੱਧੂ ਸਾਹਿਬ ਉਹੀ ਗੱਲ ਦੱਸ ਰਿਹਾ, ਏਦਾਂ ਦਾ ਕੁਝ ਵੀ ਹੋਣ ਵਾਲਾ ਨਹੀਂ ਹੈ। ਕੰਟਰੈਕਟ ਫਾਰਮਿੰਗ ਫਸਲ ਦੀ ਹੋਣੀ ਹੈ, ਨਾ ਕਿ ਜ਼ਮੀਨਾਂ ਦੀ ਹੋਣੀ ਹੈ। ਓਕੇ ਢਿੱਲੋਂ ਸਾਹਿਬ, ਜੇ ਲੱਖਾਂ ਕਿਸਾਨ ਬਾਰਡਰ ਤੇ ਬੈਠੇ ਹੈ, 80 ਸਾਲ ਦੇ ਬਜ਼ੁਰਗ ਵੀ ਬੈਠੇ ਹੈ, ਨੌਜਵਾਨ ਵੀ ਬੈਠੇ ਹੈ, ਬੜੀ ਵੱਡੀ ਪੱਧਰ ਤੇ, ਹੁਣ ਕੱਲੀ ਪੰਜਾਬ ਦੀ ਗੱਲ ਨਹੀਂ, ਉਹ ਕਹਿੰਦੇ ਕਿ 450 ਜਥੇਬੰਦੀਆਂ ਕੌਮੀ ਪੱਧਰ ਤੇ ਕਿਸਾਨਾਂ ਦੀਆਂ ਜਿਨ੍ਹਾਂ ਦੀ ਇਸ ਅੰਦੋਲਨ ਨੂੰ ਹਮਾਇਤ ਹੈ, ਉਹਨਾਂ ਦੀ ਗੱਲ ਤਾਂ ਸੁਣੀ ਚਾਹੀਦੀ ਹੈ ਨਾ। ਜੇ ਆਪਾਂ ਮੀਟਿੰਗ ਬੁਲਾਉਂਦੇ ਆ ਢਿੱਲੋਂ ਸਾਹਿਬ, ਮੀਟਿੰਗ ਬੁਲਾ ਕੇ ਮੀਟਿੰਗ ਬੇਸ ਤੇ ਹੁੰਦੀ ਹੈ। ਗੱਲ ਤੇ ਲਗਾਤਾਰ ਸੁਣੀ ਜਾ ਰਹੀ ਹੈ, ਲਗਾਤਾਰ ਚਰਚਾ ਹੋ ਰਹੀ ਹੈ ਇਸ ਗੱਲ ਦੇ ਉੱਤੇ, ਲਗਾਤਾਰ ਗੱਲ ਸੁਣੀ ਵੀ ਜਾ ਰਹੀ ਹੈ, ਗੱਲ ਦਾ ਜਵਾਬ ਵੀ ਆ ਰਿਹਾ ਹੈ। ਮੀਟਿੰਗਾਂ ਹੋ ਰਹੀਆਂ ਨੇ, ਲੰਬੀਆਂ 4-4, 5-5, 7-7 ਘੰਟੇ ਦੀਆਂ ਮੀਟਿੰਗਾਂ ਵੀ ਹੋ ਰਹੀਆਂ ਨੇ। ਓਕੇ, ਚਲੋ ਠੀਕ ਹੈ, ਤੁਹਾਡੀ ਗੱਲ ਆ ਗਈ। ਮਸਲਾ ਇਹ ਹੈ ਕਿ ਮਸਲਾ ਤਾਂ ਦੋ ਸਟੈਪ, ਜੇ ਸਰਕਾਰ ਪਿੱਛੇ ਹਟਦੀ ਹੈ ਤੇ ਇੱਕ ਸਟੈਪ ਕਿਸਾਨਾਂ ਨੂੰ ਵੀ ਆਉਣਾ ਪਏਗਾ ਨਾ। ਇਹ ਆਪਾਂ ਇੱਕ ਸਾਲ ਦੀ ਅੜੀ ਥੋੜੀ ਕਰ ਸਕਦੇ ਹਾਂ, ਜੱਟਾਂ ਵਾਲੀ ਵੀ ਨਹੀਂ ਜੀ ਮੇਰੀ ਤਾਂ ਅੜੀ ਹੋਗੀ, ਮੈਂ ਤਾਂ ਇਹੋ ਕਰਨਾ, ਔਰ ਸਰਕਾਰ ਏਦਾਂ, ਮਤਲਬ ਇਹ ਐਵੇਂ ਕਦੀ ਮਸਲੇ ਹੱਲ ਨਹੀਂ ਹੁੰਦੇ। ਵੱਡੇ ਤੋਂ ਵੱਡੀ ਜਾਂ ਛੋਟੀ ਤੋਂ ਛੋਟੀ ਪਿੰਡ ਦੀ ਪੰਚਾਇਤ ਵੀ ਹੈ ਜਿਹੜੀ, ਉਹਦੇ ਚ ਵੀ ਇਹ ਫਾਰਮੂਲਾ ਹੀ ਹੁੰਦਾ ਵੀ ਭਾਈ ਦੋ ਗਲਤੀਆਂ ਦੋ ਇਹ ਮੰਨ ਲੈਂਦੇ ਨੇ, ਰਾਜੀਨਾਮਾ ਕਰ ਲਓ, ਗੱਲ ਤਾਂ ਖਤਮ ਹੋਣੀ ਹੈ। ਓਕੇ ਢਿੱਲੋਂ ਸਾਹਿਬ, ਥੈਂਕ ਯੂ ਵੈਰੀ ਮਚ। ਢਿੱਲੋਂ ਸਾਹਿਬ, ਤੁਹਾਡੀ ਗੱਲ ਆ ਗਈ। ਸੋਹੇਜ ਜੀ, ਧੰਨਵਾਦ। ਤੁਸੀਂ ਕੀ ਸਮਝਦੇ ਹੋ? ਢਿੱਲੋਂ ਸਾਹਿਬ ਦਾ ਕਹਿਣਾ ਹੈ ਕਿ ਦੋਨਾਂ ਧਿਰਾਂ ਨੂੰ, ਖਾਸ ਤੌਰ ਤੇ ਕਹਿੰਦੇ ਸਰਕਾਰ ਵਾਲੇ ਪਾਸੇ ਤਾਂ ਗੱਲਬਾਤ ਹੋ ਹੀ ਰਹੀ ਹੈ, ਕਿਸਾਨਾਂ ਨੂੰ ਵੀ ਅੜੀ ਛੱਡ ਕੇ ਇਸ ਮੁੱਦੇ ਤੇ ਆਉਣਾ ਚਾਹੀਦਾ ਹੈ। ਸਾਡੀ ਵੀ ਸੰਵੇਦਨਸ਼ੀਲਤਾ ਕਿਸਾਨਾਂ ਦੇ ਪ੍ਰਤੀ। ਉਹ ਜੇ ਉਹ ਆਉਂਦੇ ਨੇ ਤਾਂ ਬਾਕੀ ਪਾਰਟੀਆਂ ਨਹੀਂ ਆਉਣ ਦਿੰਦੀਆਂ, ਇਹਨਾਂ ਦੀ ਪਾਰਟੀ ਨਹੀਂ ਆਉਣ ਦਿੰਦੀ। ਕਿਸਾਨਾਂ ਵੱਲੋਂ ਕੋਈ ਅੜੀ ਨਹੀਂ ਹੈਗੀ, ਇਹ ਕਿਸਾਨਾਂ ਦੀ ਹੋਂਦ ਦੀ ਲੜਾਈ ਹੈਗੀ ਹੈ। ਹੋਂਦ ਦੀ ਲੜਾਈ ਜਦੋਂ ਹੁੰਦੀ ਹੈ ਨਾ ਜੀ, ਫਿਰ ਕੋਈ ਆਪਸ਼ਨ ਨਹੀਂ ਹੁੰਦੀ ਹੈਗੀ। ਕਿਸਾਨਾਂ ਕੋਲ ਕੋਈ ਆਪਸ਼ਨ ਨਹੀਂ ਹੈਗੀ, ਸਾਡੀ ਸਰਕਾਰ ਦੀ ਹੈਗੀ ਹੈ।
ਤੁਸੀਂ ਦੇਖੋ ਨਾ ਆੜੀ ਦੀ ਹੱਦ ਦੇਖੋ ਤੁਸੀਂ। 4 ਟਾਵਰ ਟੁੱਟੇ ਪੰਜਾਬ ਦੇ, ਪ੍ਰਧਾਨ ਮੰਤਰੀ ਦਾ ਬਿਆਨ ਆ ਗਿਆ ਐਡਾ ਵੱਡਾ ਕਿ ਐਡਾ ਕੁਝ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਅੱਜ ਤੱਕ ਜਿਹੜੇ 60 ਤੋਂ ਵੱਧ ਕਿਸਾਨ ਉੱਥੇ ਜਾਨਾਂ ਦੇ ਗਏ, ਸ਼ਹੀਦ ਹੋ ਗਏ, 2 ਲਫ਼ਜ਼ ਅਫਸੋਸ ਦੇ ਅੱਜ ਤੱਕ ਨਹੀਂ ਕਹੇ। ਕਿਉਂ ਨਹੀਂ ਬੋਲਿਆ? ਪ੍ਰਧਾਨ ਮੰਤਰੀ ਨੇ ਹੱਥ ਜੋੜ ਕੇ ਕਿਹਾ ਵੀ ਇਹ ਕੰਮ ਨਾ ਕਰੋ, ਵਾਪਸ ਆ ਜਾਓ। ਕਿਸਾਨਾਂ ਦੀ ਜ਼ਿੰਦਗੀ ਨਾਲੋਂ ਜ਼ਿਆਦਾ ਹੋ ਗਈ, ਉਹਨਾਂ ਕਿਸਾਨਾਂ ਦੀ ਜ਼ਿੰਦਗੀ ਨਾਲੋਂ ਜ਼ਿਆਦਾ ਹੋ ਗਈ। ਇਹ ਮੁਤਾਬਕ ਪ੍ਰਧਾਨ ਮੰਤਰੀ ਨੇ ਬਕਾਇਦਾ ਬੋਲਿਆ, ਬਕਾਇਦਾ ਅਫਸੋਸ ਜ਼ਾਹਿਰ ਕੀਤਾ ਇਸ ਚੀਜ਼ ਦੇ ਉੱਤੇ। ਯਾਰ ਇੱਕ ਦਿਨ ਹਟਾਓ, ਪਿੱਛੇ ਨਾ ਬੋਲਿਆ ਕਰਨ ਫਿਰ। ਨਹੀਂ ਫਿਰ ਤੁਸੀਂ ਝੂਠ ਨਾ ਬੋਲੋ। ਪ੍ਰਧਾਨ ਮੰਤਰੀ ਨੇ ਆਪ ਹੱਥ ਜੋੜ ਕੇ ਤੇ ਬੇਨਤੀ ਕੀਤੀ ਹੈ। ਅਰਦਾਸ ਕੀ ਬੋਲੋ, ਅਸੀਂ ਤੁਹਾਨੂੰ ਟੋਕਦੇ ਨਹੀਂ ਹੈਗੇ। ਢਿੱਲੋਂ ਸਾਹਿਬ ਪਲੀਜ਼ ਤੁਸੀਂ ਨਾ ਡਿਬੇਟ ਦੀ ਗੱਲ ਤੁਸੀਂ ਅਸੂਲ ਸਮਝੋ ਪਹਿਲਾਂ ਡਿਬੇਟ ਦੇ। ਚਲੋ ਢਿੱਲੋਂ ਸਾਹਿਬ ਮੈਂ ਤੁਹਾਡੇ ਵੱਲ ਵਾਪਸ ਭੜਕਾਓ ਨਾ ਲੋਕਾਂ ਨੂੰ। ਸਵੈ ਜੀ ਆਪਣੀ ਗੱਲ ਕਰੋ। ਛੋੜ ਫੇਰ ਆਉਣੇ ਔਰ ਸਵੈ ਜੀ ਇਦਾਂ ਦਾ ਪ੍ਰਧਾਨ ਮੰਤਰੀ ਜਿਹਨੇ 60 ਕਿਸਾਨਾਂ ਦੀ 60 ਤੋਂ ਵੱਧ ਕਿਸਾਨਾਂ ਦੀ ਜ਼ਿੰਦਗੀ ਬਾਰੇ ਇੱਕ ਲਫ਼ਜ਼ ਮੂੰਹ ਅੱਜ ਤੱਕ ਨਹੀਂ ਕਿਹਾ, ਉਹਨੂੰ ਤੁਸੀਂ ਹਮਦਰਦ ਕਹਿੰਦੇ ਹੋ ਲੋਕਾਂ ਦਾ ਹੈ। ਟਾਵਰਾਂ ਦੀ ਗੱਲ ਕਰਦੇ ਨੇ, ਉਹ ਅਡਾਨੀਆਂ ਅੰਬਾਨੀਆਂ ਦੀ ਗੱਲ ਕਰਦੇ ਨੇ, ਉਹ ਉੱਥੇ ਜਾ ਕੇ ਅੰਬਾਨੀ ਦੇ ਬੱਚੇ ਦੀ ਖਬਰ ਲੈਂਦੇ ਨੇ, ਜਿਹੜਾ ਇੱਕ ਦਿਨ ਜੰਮਿਆ, ਉੱਥੇ ਜਾ ਕੇ ਉਹਨੂੰ ਵਧਾਈਆਂ ਦਿੰਦੇ ਨੇ। ਇੱਥੇ ਕਿਸਾਨਾਂ ਦੀ ਜ਼ਿੰਦਗੀਆਂ ਗਈਆਂ ਨੇ, ਤੁਸੀਂ ਕਿਹੜੀ ਗੱਲ ਕਰਦੇ ਹੋ ਢਿੱਲੋਂ ਸਾਹਿਬ? ਇਹ ਬੀਜੇਪੀ ਦਾ ਜਿਹੜਾ ਹਾਲ ਹੈਗਾ ਕਰਨਾ ਬੰਦ ਕਰੋ। ਕਾਂਗਰਸ ਵਾਲੇ ਇਹ ਦੇਸ਼ ਵਾਸਤੇ ਠੀਕ ਨਹੀਂ ਹੈਗਾ। ਝੂਠਾ ਪ੍ਰੋਪਗੈਂਡਾ ਕਰਦੇ ਹੋ ਨਾ, ਸੋਸ਼ਲ ਮੀਡੀਆ ਦੇ ਉੱਤੇ ਝੂਠਾ ਪ੍ਰੋਪਗੈਂਡਾ ਕਰਦੇ ਹੋ, ਇਹ ਕਰਨਾ ਬੰਦ ਕਰੋ। ਨਤੀਜੇ ਭੁਗਤਣੇ ਪੈਣਗੇ ਇਹਦੇ। ਜਦੋਂ ਸਾਡੀ ਜ਼ਿੰਦਗੀ ਲੜਾਈ ਹੁੰਦੀ ਹੈ, ਹੋਣ ਦੀ ਲੜਾਈ ਹੁੰਦੀ ਹੈ, ਤਾਂ ਅਸੀਂ ਫਿਰ ਪਿੱਛੇ ਨਹੀਂ ਹਟਣਾ। ਕਿਸੇ ਨੇ, ਕਿਸਾਨਾਂ ਨੇ ਪਿੱਛੇ ਨਹੀਂ ਹਟਣਾ ਹੈਗਾ। ਸਾਡੇ ਕੋਲ ਕੋਈ option ਮੇਰੀ ਗੱਲ ਸੁਣੋ, ਝੂਠੇ ਪ੍ਰੋਪਗੈਂਡੇ ਕਰਕੇ ਤੁਸੀਂ ਫੇਕ ਵੀਡੀਓਜ਼ ਦਿਖਾ ਕੇ, ਫੇਕ ਸਾਰਾ ਕੁਝ ਵਿਖਾ ਕੇ ਤੁਸੀਂ ਗੱਲ ਕਰਦੇ ਹੋ। ਪ੍ਰਧਾਨ ਮੰਤਰੀ ਨੇ ਬਿਲਕੁਲ ਅਫਸੋਸ ਜ਼ਾਹਿਰ ਕੀਤਾ। ਪ੍ਰਧਾਨ ਮੰਤਰੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ। ਇੱਕ ਮਿੰਟ ਖੋਲ ਲਿਆ ਜੇ। ਪ੍ਰਧਾਨ ਮੰਤਰੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਵੀ ਜਿੰਨੇ ਮੈਨੂੰ ਮਾੜਾ ਚੰਗਾ ਵੀ ਬੋਲਿਆ, ਜੋ ਕੁਝ ਤੁਸੀਂ ਕਹਿਣਾ ਕਿਹਾ, ਮੇਰੇ ਹੱਥ ਬੰਨੇ ਆ, ਮੇਰੇ ਨਾਲ ਆ ਕੇ ਬਹਿ ਜਾਓ, ਇੱਥੇ ਗੱਲ ਕਰੀਏ ਆਪਾਂ। ਪ੍ਰਧਾਨ ਮੰਤਰੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ। ਪ੍ਰਧਾਨ ਮੰਤਰੀ ਵੀ ਔਰ ਤੁਸੀਂ ਸੁਣ ਕੇ ਰਾਜੀ ਨਹੀਂ। ਆਪਣੇ ਮਨ ਕੀ ਬਾਤ ਕਰਦਾ, ਉਹੀ ਗੱਲ ਤੁਸੀਂ ਕਰ ਰਹੇ ਹੋ। ਇਹ ਮੋਦੀ ਨੇ ਸਭ ਨੂੰ ਸਿਖਾਤਾ ਹੈ ਵੀ ਆਪਣੀ ਗੱਲ ਕਰੋ, ਦੂਜੇ ਸੁਣੋ ਹੀ ਨਾ। ਐਸਾ ਫਿਰ ਕੀ ਕਰਦੇ ਹੋ? ਝੂਠੇ ਪ੍ਰੋਪਗੈਂਡਾ ਨਾ ਕਰੋ ਨਾ ਫਿਰ। ਚਲੋ ਸਾਹਿਬ ਤੁਹਾਡੀ ਗੱਲ ਆ ਗਈ ਜੀ ਨੂੰ ਗੱਲ ਮੁਕੰਮਲ ਉਹ ਦੇਸ਼ ਦੇ ਲੋਕ ਨੇ। ਦੂਜੀ ਗੱਲ ਤੁਸੀਂ ਕਹਿ ਰਹੇ ਸੀ ਜੀ ਪਲੀਜ਼ ਆਪਣੀ ਗੱਲ ਇੱਕ ਮਿੰਟ, ਇਹ ਕਹਿ ਰਹੇ ਸੀ ਮੈਨੂੰ ਟਾਈਮ ਦੇ ਦੇ, ਇੱਕ ਮਿੰਟ ਮੈਨੂੰ ਗੱਲ ਦਾ ਜਵਾਬ ਜ਼ਰੂਰ ਦੇਣਾ। ਇਹ ਕਰਦੇ ਆ ਜੀ ਜੀ, ਇਹ ਤੁਹਾਡਾ ਪੇਬੈਕ ਟਾਈਮ ਹੈਗਾ। ਇਹ ਪੇਬੈਕ ਟਾਈਮ ਤੁਹਾਡੇ ਆਈਟੀ ਸੈੱਲ ਨੇ, ਬੀਜੇਪੀ ਦੇ ਆਈਟੀ ਸੈੱਲ ਨੇ ਜੋ ਵੀ ਅੱਜ ਤੱਕ ਮੋਦੀ ਦੇ ਖਿਲਾਫ ਬੋਲਿਆ, ਉਹਨੂੰ ਪਾਕਿਸਤਾਨੀ ਕਿਹਾ, ਉਹਨੂੰ ਚੀਨੀ ਕਿਹਾ, ਉਹਨੂੰ ਅਰਬਨ ਨਕਸਲੇਟ ਕਿਹਾ। ਗਾਲਾਂ ਤੁਸੀਂ ਕਿਉਂ ਨਹੀਂ, ਕਿਹੜੀ ਗਾਲ ਨਹੀਂ ਕੱਢੀ ਤੁਸੀਂ ਲੋਕਾਂ ਨੂੰ? ਜਿਹੜਾ ਅੱਜ ਤੱਕ ਤੁਹਾਡੇ ਖਿਲਾਫ ਬੋਲਦਾ ਕੀ ਨਹੀਂ ਬੋਲਿਆ ਤੁਸੀਂ? ਕੀ ਮਾੜਾ, ਕਿੰਨਾ ਮਾੜਾ, ਕਿੰਨਾ ਘਟੀਆ ਤੁਸੀਂ ਹੈ ਨਾ ਅਲਫਾਜ਼ ਵਰਤੇ ਉਹਨਾਂ ਵਾਸਤੇ ਹੈ। ਤੁਸੀਂ ਅੱਜ ਕਹਿੰਦੇ ਸਾਨੂੰ ਲੋਕ ਗਾਲਾਂ ਕੱਢਦੇ, ਕਿਉਂ ਨਹੀਂ ਕੱਢਦੇ ਗੱਲ ਤੁਹਾਨੂੰ? ਤੁਹਾਨੂੰ ਤਾਂ ਹੋਰ ਸਹਿਣਾ ਪੈਣਾ। ਦੇਖੋ ਜੇ ਇਹ ਸ਼ੀਸ਼ਾ ਤੁਹਾਡਾ ਜੋ ਤੁਸੀਂ ਕਰਦੇ ਆ ਲੋਕਾਂ ਨਾਲ, ਮਾਰ ਦਿਓ ਫਿਰ ਸਾਨੂੰ, ਗੋਲੀ ਮਾਰ ਦਿਓ ਫਿਰ ਸਾਨੂੰ, ਜਵਾਬ ਅਜੇ ਹੋਰ ਮਿਲੇਗਾ। ਚੱਲੋ ਅਜੇ ਅੱਗੇ ਹੋਰ ਮਿਲੇਗਾ, ਹੋਰ ਮਿਲੇਗਾ। ਲੋਕੀ ਤੁਹਾਨੂੰ ਘਰੋਂ ਬਾਹਰ ਨਿਕਲਦੇ ਵਾਲੇ ਅੱਜ ਸਾਨੂੰ ਗੋਲੀ ਮਾਰ ਦਿਓ ਤੁਸੀਂ, ਜੋ ਤੁਸੀਂ ਕਰ ਰਹੇ ਹੋ। ਮਾਰਿਆ ਸਾਨੂੰ, ਤੁਹਾਨੂੰ ਕੋਈ ਹੱਕ ਮਿਲ ਜਾਂਦਾ ਤੇ ਆਪਦੇ ਦੇਸ਼ ਦੇ ਲੋਕਾਂ ਨਾਲ ਇੰਨਾ ਤਰੋ ਲੋਕਾਂ ਨੂੰ ਭੜਕਾ ਕੇ, ਲੋਕਾਂ ਨੂੰ ਗੁੰਮਰਾਹ ਜੀ ਗੱਲ ਆ ਗਈ ਤੁਹਾਡੀ। ਪਾਰਟੀ ਆ ਜਿਹੜੀ ਲੈ ਕੇ ਆਣ ਕੇ ਉਹਦਾ ਐਡਾ ਸ਼ੋਸ਼ਣ ਕੀਤਾ। ਜੇ ਉਹ 60 ਕਿਸਾਨ ਸ਼ਹੀਦ ਹੋਏ ਨੇ, ਉਹ ਤਾਂ ਡਿਊ ਟੂ ਕਾਂਗਰਸ ਪਾਰਟੀ ਹੋਏ ਨੇ। ਤੁਸੀਂ ਅੱਜ ਤੱਕ ਕੀ ਕੀਤਾ ਉਹਨਾਂ ਵਾਸਤੇ ਮੈਨੂੰ ਦੱਸ ਦਿਓ ਜਰਾ। ਤੁਹਾਨੂੰ ਇੰਨਾ ਟਾਈਮ ਮਿਲਿਆ ਸੀਗਾ ਸਰਕਾਰ ਬਣਾ ਕੇ, ਐਮਐਸਪੀ ਤੱਕ ਤੁਸੀਂ ਨਹੀਂ ਲਾਗੂ ਕਰ ਸਕੇ। ਐਮਐਸਪੀ ਤੁਸੀਂ ਗਰੰਟੀ ਦਿੱਤੀ, ਅਸੀਂ ਤਾਂ ਗਰੰਟੀ ਦੇ ਰਹੇ, ਤੁਸੀਂ ਦਿੱਤੀ ਐਮਐਸਪੀ ਦੀ। ਤੁਸੀਂ ਕੋਈ ਕਿਸਾਨਾਂ ਵਾਸਤੇ ਕੋਈ ਵਿਸ਼ੇਸ਼ ਨਿਧੀ ਸ਼ੁਰੂ ਕੀਤੀ ਵੀ ਆ ਕਿਸਾਨਾਂ ਢਿੱਲੋਂ ਸਾਹਿਬ ਇਹਨਾਂ ਨੂੰ ਕੋਈ ਉਹਨਾਂ ਦੀ ਜਿਹੜੀਆਂ ਮੰਗਾਂ ਸੀ। ਢਿੱਲੋਂ ਸਾਹਿਬ ਸਵਾਮੀਨਾਥਨ ਯੋਗ ਦੀ 8 ਸਾਲ ਸਵਾਮੀਨਾਥਨ ਯੋਗ ਦੀ ਰਿਪੋਰਟ ਤੁਸੀਂ ਲਾਗੂ ਕੀਤੀ ਨਹੀਂ ਕੀਤੀ। ਗੱਲ ਪਤਾ ਕੀ ਅੱਜ ਰਾਜਨੀਤੀ ਕਰਨ ਉੱਠ ਕੇ ਆ ਗਏ ਹੋ। ਅੱਜ ਉਹਨਾਂ ਨੂੰ ਮੋਢਾ ਲੱਭ ਗਿਆ, ਅੱਜ ਕਾਂਗਰਸ ਨੂੰ ਇੱਕ ਮੋਢਾ ਲੱਭ ਕੇ ਕਿਸਾਨ ਦਾ ਉਹਦੇ ਤੇ ਰੱਖ ਕੇ ਬੰਦੂਕ ਚਲਾਉਣ ਦਾ ਕੰਮ ਕਰਦੀ ਹੈ। ਅਦਰਵਾਈਜ਼ ਪੂਰੀ ਨਹੀਂ ਕੀਤੀ ਤੁਸੀਂ ਪੂਰਾ ਕਿਸਾਨਾਂ ਦੇ ਵਾਸਤੇ ਕਦੀ। ਓਕੇ ਥੈਂਕ ਯੂ ਢਿੱਲੋਂ ਸਾਹਿਬ, ਤੁਸੀਂ ਆਪਣੀ ਗੱਲ ਕਹਿ ਲਈ। ਦੇ ਵਿੱਚ ਇਹਨਾਂ ਨੇ ਕਿਸਾਨਾਂ ਦੀ ਇੱਕ ਪੂਣੀ ਤੱਕ ਨਹੀਂ ਕੱਤੀ ਔਰ ਅੱਜ ਇਲੈਕਸ਼ਨ ਦੇਣ ਲੱਗ ਪਏ ਨੇ। ਓਕੇ ਢਿੱਲੋਂ ਸਾਹਿਬ, ਤੁਹਾਡੀ ਡਾਕਟਰ ਗਿਆਨ ਸਿੰਘ ਜੀ ਤੁਸੀਂ ਦੋਨਾਂ ਬੁਲਾਰਿਆਂ ਦੇ ਕਮੈਂਟ ਸੁਣਿਆ, ਕਾਂਗਰਸ ਦੇ ਵੀ ਸੁਣਿਆ, ਢਿੱਲੋਂ ਸਾਹਿਬ ਦੇ ਕਮੈਂਟਸ ਵੀ ਸੁਣੇ ਆ। ਢਿੱਲੋਂ ਸਾਹਿਬ ਦਾ ਕਹਿਣਾ ਹੈ ਕਿ ਅੜੀ ਛੱਡ ਕੇ ਮਾਮਲੇ ਦਾ ਨਿਬੇੜਾ ਕਰਨ ਦੇ ਲਈ ਅਸੀਂ ਵੀ ਹੱਕ ਦੇ ਵਿੱਚ ਹਾਂ। ਤੁਹਾਨੂੰ ਲੱਗਦਾ ਹੈ ਕਿ ਇਸ ਵੇਲੇ ਕਿਸਾਨ ਕੋਈ ਅੜੀ ਕਰ ਰਹੇ ਹੈ? ਇਹ ਦੇਖੋ ਸਿੱਧੂ ਸਾਹਿਬ, ਮੈਨੂੰ ਗੱਲ ਲੱਗਦੀ ਹੈ ਕਿ ਅਸੀਂ ਇੱਥੇ ਡਿਬੇਟ ਕਰਨ ਲਈ ਨਹੀਂ ਆਏ, ਅਸੀਂ ਇੱਥੇ ਡਿਸਕਸ਼ਨ ਕਰਨ ਲਈ ਆਏ ਹਾਂ, ਸੰਵਾਦ ਲਈ ਆਏ ਹਾਂ। ਇਹ ਜਿਹੜੀ ਗੱਲ ਹੈ, ਜਿਸ ਤਰ੍ਹਾਂ ਪਹਿਲਾਂ ਸਲੀਕੇ ਨਾਲ ਸਾਡਾ ਕੰਮ ਸ਼ੁਰੂ ਹੋਇਆ ਸੀ, ਉਸ ਤਰ੍ਹਾਂ ਸਾਡੀ ਗੱਲ ਚੱਲਣੀ ਚਾਹੀਦੀ ਹੈ। ਮੈਨੂੰ ਆਪਦੇ ਇੰਡੀਵਿਜੂਅਲ ਲੈਵਲ ਤੇ ਲੱਗਦਾ ਹੈ
ਕਿ ਅੜੀ ਤਾਂ ਕੇਂਦਰ ਸਰਕਾਰ ਕਰ ਰਹੀ ਹੈ। ਜਿਹੜੇ ਖੇਤੀ ਕਾਨੂੰਨ ਨੇ ਉਹ ਖੇਤੀ ਕਾਨੂੰਨ ਇਹ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਹੈ 2022 ਚ, ਉਹਦਾ 2016 ਚ ਕਹਿੰਦੇ ਜਦ ਤੱਕ ਖੇਤੀ ਕਾਨੂੰਨ ਬਣਾਏ ਨਹੀਂ ਸੀ ਹੈਗੇ। ਜੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ 2016 ਦਾ ਵਾਅਦਾ ਹੁਣ ਇਹਨਾਂ ਤੇ ਹੈ। ਫਿਰ ਜਿਹੜੇ ਖੇਤੀ ਕਾਨੂੰਨ ਬਣਾਏ ਨੇ ਉਹ ਸਟੇਕ ਹੋਲਡਰਸ ਨੂੰ ਉਹਦੀ ਕੋਈ ਸਲਾਹ ਲਈ, ਉਹ ਚ ਕਿਸਾਨ ਨੇ, ਖੇਤ ਮਜ਼ਦੂਰ ਹੈ, ਪਿੰਡੂ ਛੋਟਾ ਕਾਰੀਗਰ ਹੈ, ਇਹਨਾਂ ਤੇ ਨਿਰਭਰ ਹੋਰ ਕਿੰਨੇ ਛੋਟੇ ਦੁਕਾਨਦਾਰ ਨੇ, ਕਾਰੋਬਾਰੀ ਨੇ ਕਿ ਉਹਨਾਂ ਦਾ ਲਿਆ। ਤੇ ਇਸ ਲਈ ਜਦ ਉਹਨਾਂ ਸਟੇਕ ਹੋਲਡਰਸ ਨੂੰ ਉਹਨੇ ਜਥੇਬੰਦੀਆਂ ਨਾਲ ਗੱਲ ਕੀਤੀ, ਉਹਨਾਂ ਨਹੀਂ ਲਿਆ ਗਿਆ। ਸੋ ਇਹ ਅੜੀ ਜਿਹੜੀ ਹੈਗੀ ਮੈਨੂੰ ਇਹ ਲੱਗਦਾ ਕਿ ਕੇਂਦਰ ਸਰਕਾਰ ਦੀ ਹੈ। ਇਹ ਅੜੀ ਨਾ ਉਹਨਾਂ ਦੇ ਆਪਦੇ ਹੱਕ 'ਚ ਹੈ, ਨਾ ਦੇਸ਼ ਦੇ ਹੱਕ 'ਚ ਹੈ, ਨਾ ਇੱਥੋਂ ਦੇ ਲੋਕਾਂ ਦੇ ਹੱਕ 'ਚ ਹੈ। ਸੋ ਜਿਹੜੇ ਕਿਸਾਨ ਨੇ ਉਹ ਤਾਂ ਘੱਟੋ ਘੱਟ ਮੰਗਾਂ ਦੀ ਗੱਲ ਕਰਦੇ ਨੇ। ਇਸ ਤੋਂ ਅੱਗੇ ਤਾਂ ਸਫ਼ਰ ਬਹੁਤ ਹੈ, ਪੈਂਡਾ ਬਹੁਤ ਲੰਬਾ ਹੈਗਾ। ਇਹ ਸਾਨੂੰ ਤਾਂ ਆਪਦੇ ਖੇਤੀਬਾੜੀ ਖੇਤਰ ਨੂੰ ਜਿਉਂਦਾ ਰੱਖਣਾ ਪਊਗਾ ਕਿ ਤਾਂ ਕਿ ਮਨੁੱਖਤਾ ਦੀ ਜੀਵਨ ਰੇਖਾ ਖੇਤੀਬਾੜੀ ਚੱਲਦੀ ਰਹੇ ਤੇ ਸਾਨੂੰ ਰੋਟੀ ਮਿਲਦੀ ਰਹੇ। ਤੇ ਜਿਹੜੀ ਗੱਲ ਕੀਤੀ ਜਾ ਰਹੀ ਹੈ ਇਹ COVID-19 ਚ ਕਿ ਜਿਹੜੇ ਕਾਰਪੋਰੇਸ਼ਨਾਂ ਨੇ 15 ਦਿਨ 2 ਡੰਗ ਦੀ ਰੋਟੀ ਨਹੀਂ ਦੇ ਸਕੀਆਂ, ਇਹ ਤਾਂ ਹੀ ਉਹ 1500 ਕਿਲੋਮੀਟਰ ਤੁਰਦੇ ਹੋਏ ਰੇਲਾਂ ਥੱਲੇ ਆ ਕੇ ਮਰ ਗਏ, ਰੋਡ ਐਕਸੀਡੈਂਟ ਨਾਲ ਮਰ ਗਏ। ਇਸ ਲਈ ਸਾਡਾ ਜਿਹੜਾ ਹੈਗਾ ਸਿਸਟਮ ਨੂੰ ਬਦਲਣ ਦੀ ਲੋੜ ਹੈ। ਜਿਹੜਾ ਪ੍ਰੋ ਕਾਰਪੋਰੇਟ ਇਕਨੋਮਿਕ ਮਾਡਲ ਹੈ, ਅਸੀਂ ਅਡਾਨੀ ਅਵਾਨੀ ਦੇ ਕਹਿਣ ਤੇ ਵਿਸ਼ਵਾਸ ਨਹੀਂ ਕਰਾਂਗੇ। ਅਸੀਂ ਇਕਨੋਮਿਕ ਪਾਲਿਸੀਆਂ ਦੀ ਗੱਲ ਕਰਾਂਗੇ, ਉਹਦਾ ਐਨਾਲਿਸਿਸ ਕਰਾਂਗੇ। ਜਿਹੜਾ ਪ੍ਰੋ ਕਾਰਪੋਰੇਟ ਇਕਨੋਮਿਕ ਮਾਡਲ ਹੈ ਉਹਨੂੰ ਪ੍ਰੋ ਪੀਪਲ ਮਾਡਲ ਬਣਾਉਣਾ ਪਊਗਾ ਜੇ ਤੇ ਪ੍ਰੋ ਨੇਚਰ ਬਣਾਉਣਾ ਪਊਗਾ, ਤਾਂ ਜਾ ਕੇ ਅਸੀਂ ਜੇ ਸਾਡੀ ਵਰਕਿੰਗ ਕਲਾਸ ਵਧੀਆ ਹੋਊਗੀ ਤਾਂ ਹੀ ਪਿਰਾਮਿਡ ਠੀਕ ਬਣਨਗੇ, ਤਾਂ ਹੀ ਸਾਡਾ ਸਿਸਟਮ ਸਰਵਾਈਵ ਕਰਦਾ ਰਹੂਗਾ। ਨਹੀਂ ਅਡਾਨੀ ਅਵਾਨੀ ਵੀ ਕਿਤੇ ਸਰਵਾਈਵ ਨਹੀਂ ਕਰ ਸਕਣਗੇ, ਉਹ ਵੀ ਲੋਕਾਂ ਦੇ ਨਾਲ ਨੇ, ਹੈ ਨਾ। ਪਰ ਸਾਨੂੰ ਲੋਕਾਂ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। 1951 ਤੋਂ 1980 ਤੱਕ ਦੇਸ਼ ਦਾ ਯੋਜਨਾਬੰਦੀ ਪੀਰੀਅਡ ਮੰਨਿਆ ਜਾਂਦਾ ਹੈ। ਉਹਦੇ ਵਿੱਚ ਆਰਥਿਕ ਸਮਾਨਤਾਵਾਂ ਘਟੀਆਂ ਨੇ, ਪਰ 1980 ਤੋਂ ਬਾਅਦ ਲਗਾਤਾਰ ਖਾਸ ਕਰਕੇ 91 ਤੋਂ ਬਾਅਦ ਆਰਥਿਕ ਸਮਾਨਤਾਵਾਂ ਵੱਧ ਰਹੀਆਂ ਨੇ। ਇਸ ਲਈ ਸਾਰੀਆਂ ਰੂਲਿੰਗ ਪਾਰਟੀਆਂ ਜਿਹੜੀਆਂ ਡਿਫਰੈਂਟ ਟਾਈਮ ਤੇ ਆਈਆਂ, ਉਹਨਾਂ ਨੇ ਕਾਰਪੋਰੇਟ ਇਕਨੋਮਿਕ ਵਿਕਾਸ ਮਾਡਲ ਨੂੰ ਅੱਗੇ ਲਿਆਂਦਾ। ਉਹਨੇ ਜਿਹੜਾ ਹੈਗਾ ਆਮ ਬੰਦੇ ਦਾ ਜਿਉਣਾ ਦੁੱਭਰ ਕੀਤਾ ਹੈ। ਉਹਦੇ ਲਈ ਜ਼ਰੂਰੀ ਹੈ ਕਿ ਉਹਨੂੰ ਰਾਹਤ ਦਿੱਤੀ ਜਾਵੇ। ਹਾਂਜੀ ਡਾਕਟਰ ਸਾਹਿਬ, ਮੈਂ ਅਗਲੇ ਮਹਿਮਾਨ ਕੋਲ ਸਵਾਲ ਲੈਣ ਤੋਂ ਪਹਿਲਾਂ ਇੱਕ ਸੰਖੇਪ ਦੇ ਵਿੱਚ ਤੁਹਾਡਾ ਜਿਹੜਾ ਕਮੈਂਟ ਚਾਹਾਂਗਾ। 3 ਖੇਤੀ ਕਾਨੂੰਨਾਂ ਦੀ ਗੱਲ ਅੱਜ ਦੀ ਮੀਟਿੰਗ 'ਚ ਬਹੁਤ ਉੱਭਰ ਕੇ ਜਾਣੀ ਸਿੱਟੇ ਤੇ ਉੱਤੇ ਆ ਕੇ ਗੱਲ ਨਿਬੜੀ ਹੈ, ਜਾਣੀ ਖੜੋਤ ਹੋਈ ਹੈ 3 ਖੇਤੀ ਕਾਨੂੰਨਾਂ ਦੀ। ਤੁਸੀਂ ਸਮਝਦੇ ਹੋ ਕਿ 3 ਖੇਤੀ ਕਾਨੂੰਨ ਰੱਦ ਹੋਏ ਤੋਂ ਬਗੈਰ ਕੋਈ ਹੋਰ ਚਾਰਾ ਨਹੀਂ ਹੈਗਾ, ਰੱਦ ਹੋਣੇ ਚਾਹੀਦੇ? ਕਿਵੇਂ ਦੇਖਦੇ ਹੋ ਇਸ ਮੁੱਦੇ ਤੇ ਸੰਖੇਪ 'ਚ? ਸਿੱਧੂ ਸਾਹਿਬ, ਮੈਨੂੰ ਇਹ ਲੱਗਦਾ ਕਿ 3 ਖੇਤੀ ਕਾਨੂੰਨ ਤੇ ਇੱਕ ਬਿੱਲ ਤੇ ਇੱਕ ਆਰਡੀਨੈਂਸ, ਉਹ ਤਾਂ ਇੱਕ ਚੁਟਕੀ 'ਚ ਕੇਂਦਰ ਸਰਕਾਰ ਨੂੰ ਰੱਦ ਕਰ ਦੇਣੇ ਚਾਹੀਦੇ ਨੇ। ਇਸ ਤੋਂ ਅੱਗੇ ਕਰਨ ਵਾਲਾ ਕੰਮ ਬਹੁਤ ਹੈ। ਉਦੋਂ ਬਿਨਾ ਮੈਨੂੰ ਨਹੀਂ ਲੱਗਦਾ ਕਿ ਗੱਲ ਕਿਸੇ ਪਾਸੇ ਠੀਕ ਜਾਊਗੀ। ਥੈਂਕ ਯੂ ਸਿੱਧੂ ਸਾਹਿਬ ਜੀ। ਢਿੱਲੋਂ ਸਾਹਿਬ, ਜਿਸ ਮੁੱਦੇ ਤੇ ਡਾਕਟਰ ਗਿਆਨ ਸਿੰਘ ਉਹਨਾਂ ਨੇ ਕਿਹਾ, ਤੁਸੀਂ ਆਪਣੀ ਗੱਲ ਵੀ ਜ਼ਰੂਰ ਕਰਿਓ, ਪਰ ਅਗਲੀ 8 ਜਨਵਰੀ ਦੀ ਮੀਟਿੰਗ ਵੀ ਕੋਈ ਬਹੁਤੀ ਦੂਰ ਨਹੀਂ ਹੈ। 8 ਜਨਵਰੀ ਦੀ ਜਿਹੜੀ ਮੀਟਿੰਗ ਆ ਰਹੀ ਹੈ, ਜਿੱਦਾਂ ਸਾਰੇ ਕਹਿ ਰਹੇ ਇਸ ਮੁੱਦੇ ਦੇ ਉੱਤੇ, ਢਿੱਲੋਂ ਸਾਹਿਬ ਤੁਸੀਂ ਵੀ ਕਹਿ ਰਹੇ ਹੋ, ਸਹਿਮਤੀ ਬਣਨੀ ਚਾਹੀਦੀ ਹੈ। ਜਿਹੜੇ ਕਿਸਾਨ ਇਹ ਕਹਿ ਰਹੇ ਆਪਾਂ ਪੰਜਾਬੀ ਹੈ, ਪੰਜਾਬ ਦੇ ਆਪਾਂ ਛੱਡੋ ਕਿ ਕੌਣ ਕੀ ਕਹਿੰਦਾ ਹੈ, ਪੰਜਾਬ ਦਾ ਬੱਚਾ ਆਪਾਂ ਪੰਜਾਬ ਦੇ ਰਹਿਣ ਵਾਲੇ ਹੋ। ਤੁਸੀਂ ਖੁਦ ਕਹਿ ਰਹੇ ਹੋ ਕਿ ਤੁਹਾਡੇ ਰਿਸ਼ਤੇਦਾਰ ਵੀ ਉੱਥੇ ਬੈਠੇ ਹੈ। ਕਿਸਾਨ ਇੰਨਾ ਵੀ ਭੋਲਾ ਨਹੀਂ ਅੱਜ ਦੇ ਜ਼ਮਾਨੇ 'ਚ ਕਿ ਵਰਗਲਾ ਕੇ ਉਹਨਾਂ ਨੂੰ ਕੋਈ ਬਾਰਡਰ ਤੇ ਲੈ ਗਿਆ। ਇਹ 8 ਜਨਵਰੀ ਦੀ ਮੀਟਿੰਗ ਦੇ ਉੱਤੇ ਕੋਈ ਸਹਿਮਤੀ ਬਣਨੀ ਚਾਹੀਦੀ ਹੈ, ਬੇਸਿੱਟਾ ਨਹੀਂ ਜਾਣੀ ਚਾਹੀਦੀ। ਨਹੀਂ ਤਾਂ ਨਾ ਦੇਸ਼ ਦੇ ਹਿੱਤ 'ਚ ਹੈ, ਨਾ ਕਿਸਾਨ ਦੇ ਹਿੱਤ 'ਚ ਹੈ, ਨਾ ਪੰਜਾਬ ਦੇ ਹਿੱਤ 'ਚ ਹੈ। ਜੀ ਢਿੱਲੋਂ ਸਾਹਿਬ। ਸਿੱਧੂ ਸਾਹਿਬ, ਬਿਲਕੁਲ ਸਭ ਦੀ ਇਹੀ ਚਿੰਤਾ ਹੈ, ਹਰ ਕਿਸੇ ਦੀ, ਚਾਹੇ ਉਹ ਭਾਜਪਾ 'ਚ ਹੋਵੇ, ਚਾਹੇ ਉਹ ਕਿਸੇ ਹੋਰ ਪਾਰਟੀ 'ਚ ਹੋਵੇ, ਜਾਂ ਕਿਸੇ ਵੀ ਪਾਰਟੀ 'ਚ ਨਾ ਵੀ ਹੋਵੇ, ਇੱਕ ਆਮ ਆਦਮੀ ਹੋਵੇ, ਸਭ ਨੂੰ ਇਸ ਟਾਈਮ ਟੈਨਸ਼ਨ ਹੈ, ਸਭ ਨੂੰ ਇਸ ਟਾਈਮ ਚਿੰਤਾ ਹੈ ਕਿ ਇਹ ਜਿਹੜਾ ਮਾਹੌਲ ਹੈ ਇਹਨੂੰ ਠੀਕ ਹੋਣਾ ਚਾਹੀਦਾ, ਗੱਲਬਾਤ ਹੋ ਕੇ ਇਹਦਾ ਕੋਈ ਸਿੱਟਾ ਨਤੀਜਾ ਨਿਕਲਣਾ ਚਾਹੀਦਾ, ਕੋਈ ਹੱਲ ਨਿਕਲਣਾ ਚਾਹੀਦਾ। ਐਵਰੀਬਾਡੀ ਇਜ਼ ਵਰੀਡ। ਪਰ ਗੱਲ ਪਤਾ ਕੀ ਹੈ, ਜਦੋਂ ਅਸੀਂ ਹੁਣ ਸਰਦਾਰ ਗਿਆਨ ਸਿੰਘ ਉਹਨਾਂ ਨੇ ਸੰਖੇਪ ਦੇ ਵਿੱਚ ਕਮੈਂਟ ਕਰਿਓ। ਸੰਖੇਪ ਦੇ ਵਿੱਚ ਇਹ ਹੈ ਕਿ ਕਿਸਾਨਾਂ ਦੀ ਪ੍ਰੋਬਲਮ ਜਿਹੜੀ ਆ ਉਹ ਇੱਕ ਪਾਸੇ ਹੈ, ਉਹਦਾ ਸਿੱਟਾ ਨਿਕਲ ਸਕਦਾ, ਲੇਕਿਨ ਜਿਹੜੀਆਂ ਖੱਬੇ ਪੱਖੀਆਂ ਪਾਰਟੀਆਂ, ਖੱਬੇ ਪੱਖੀ ਵਿਚਾਰਧਾਰਾ ਹੈ ਨਾ, ਇਹ ਕਦੇ ਇਹ ਸਿੱਟਾ ਨਿਕਲਣ ਨਹੀਂ ਦੇਗੀ, ਕਿਉਂਕਿ ਇਹਨਾਂ ਦਾ ਸ਼ੁਰੂ ਤੋਂ ਹੀ ਇੱਕ ਪੂੰਜੀਵਾਦੀਆਂ ਦੇ ਖਿਲਾਫ ਔਰ ਆਪਣਾ ਹੋਰ ਪਾਸੇ ਸੰਘਰਸ਼ ਜਿਹੜਾ ਇਹਨਾਂ ਨੇ ਲਾਲਚ ਇਹ ਲਾਲਚ ਨਾ ਇਹਦਾ ਨਤੀਜਾ ਨਿਕਲਣ ਦੇਣਾ। ਅੱਜ ਹੁਣ ਸਰਦਾਰ ਗਿਆਨ ਸਿੰਘ ਦੀਆਂ ਗੱਲਾਂ ਚੋਂ ਸਾਰਾ ਜਿਹੜੀ ਉਹ ਵਿਚਾਰਧਾਰਾ ਨਜ਼ਰ ਆ ਰਹੀ ਸੀਗੀ ਸਾਹਮਣੇ, ਭਈ ਕੀ ਮਾੜਾ ਕੀਤਾ ਦੱਸੋ ਤੁਹਾਡਾ? ਅੱਜ ਤੁਸੀਂ ਜੇ ਸਾਡੇ ਕੰਪਨੀਆਂ ਵੱਡੀਆਂ ਟਾਟਾ ਹੈ ਜਾਂ ਕੋਈ ਹੋਰ ਹੈ, ਜੇ ਉਹ ਆਪਣੇ ਹਿੰਦੁਸਤਾਨ ਦੀ ਤਰੱਕੀ ਲਈ ਕੋਈ ਕੰਮ ਕਰਦੀ ਹੈ ਤੇ ਅਸੀਂ ਉਹਨੂੰ ਗਾਲਾਂ ਕੱਢਣ ਲੱਗ ਪੈਂਦੇ। ਤੁਹਾਡੀ ਗੱਲ ਆ ਗਈ, ਜਿਹੜੇ ਚਾਈਨਾ ਦਾ ਵੀ ਉਹ ਪ੍ਰੋਬਲਮ ਹੈ, ਇਧਰ ਇਹ ਵੀ ਇਹ ਪ੍ਰੋਬਲਮ ਮਸਤਕ ਹੋ ਰਿਹਾ ਹੈ
ਜਿਹੜੇ ਅਰਦਾਸਾਂ ਕਰ ਰਹੇ ਆ ਉੱਥੇ ਗੱਲ ਖੱਬੇ ਪੱਖੀਆਂ ਦੀ ਜਾਂ ਮੈਂ ਕਹਿੰਦਾ ਸੱਜੇ ਅਰਦਾਸ ਪੱਖੀਆਂ ਦੀ ਕਰੀਏ ਨਹੀਂ ਵੀ ਹੈ। ਪੰਜਾਬ ਅੰਦੋਲਨ ਦੇ ਜਾਂ ਜਿਹੜਾ ਦੇਸ਼ ਦੇ ਸੰਧੂ ਕਿਸਾਨਾਂ ਦੀ ਹੋਕ ਸਾਹਿਬ ਹੈ। ਮੈਂ ਤਾਂ ਇਹ ਅਰਦਾਸ ਕਰਦਾ ਵੀ ਅੰਦੋਲਨ ਜਿਹੜਾ ਹੈ ਉਹਨਾਂ ਇਹ ਕਾਮਰੇਡਾਂ ਤੋਂ ਬਚ ਜਵੇ। ਜੇ ਕਾਮਰੇਡਾਂ ਤੋਂ ਬਚ ਗਿਆ ਅੰਦੋਲਨ ਵੀ ਕਾਮਯਾਬ ਔਰ ਉਹਨਾਂ ਦੇ ਉਹਨਾਂ ਦੀਆਂ ਮੰਗਾਂ ਮੰਨ ਲਓ ਆਪੇ ਬਚ ਜਾਣਗੇ। ਜੀ ਥੈਂਕ ਯੂ ਵੈਰੀ ਮਚ। ਫਿਰ ਕੁਝ ਨਹੀਂ ਮਿਲਣਾ। ਥੈਂਕ ਯੂ ਸਰ ਜੀ। ਲਾਸਟ ਕਮੈਂਟ ਤੁਹਾਡੇ ਸਰ ਜੀ। ਲਾਸਟ ਕਮੈਂਟ 8 ਜਨਵਰੀ ਦੀ ਮੀਟਿੰਗ ਹੈ, ਸੰਖੇਪ ਦੇ ਵਿੱਚ। ਦੇਖੋ ਮੈਂ ਤਾਂ ਸਿਰਫ 2 ਲਫ਼ਜ਼ ਕਹਾਂਗਾ ਜੀ ਕਿ ਮੋਦੀ ਸਰਕਾਰ ਹੁਣ ਤੱਕ ਕਿਸਾਨਾਂ ਨੂੰ ਸਿਰਫ ਪੰਜਾਬੀ ਚ ਆਪਾਂ ਕਹੀਏ ਨਾ ਖਿੱਦੋ ਖੁੰਡੀ ਖੜਾ ਰਹੀ ਹੈ ਇਹਨਾਂ ਨੂੰ। ਹਜੇ ਤੱਕ ਕੋਈ ਇਹਨਾਂ ਦੀ ਮਨਸ਼ਾ ਨਹੀਂ ਹੈ ਕਾਨੂੰਨ ਵਾਪਸ ਲੈਣ ਦੀ, ਰੱਦ ਕਰਨ ਦੀ। ਸੋ ਮੈਂ ਤਾਂ ਕਹਿਣਾ ਪਰਮਾਤਮਾ ਨੂੰ ਸੁਮਤ ਬਖਸ਼ੇ ਕਿ ਇਹ ਕਾਨੂੰਨ ਵਾਪਸ ਲੈ ਲੈਣ, ਅਕਲ ਨੂੰ ਆ ਜਾਏ, ਦੇਸ਼ ਬਚ ਜੇ, ਕਿਸਾਨ ਬਚ ਜੇ। ਮਿਹਰਬਾਨੀ। ਇਸ ਮੁੱਦੇ ਤੇ ਆਉਣ ਲਈ ਆਪਾਂ ਤਿੰਨੇ ਹੀ ਮਹਿਮਾਨਾਂ ਦਾ ਸਵੈਜ ਜੀ। ਇਸੇ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਬੁਲਾਰੇ ਨੇ ਢਿੱਲੋਂ ਸਾਹਿਬ ਤੇ ਅਮਰੀਕਾ ਤੋਂ ਸਾਡੇ ਨਾਲ ਜਿਹੜੇ ਵਿਸ਼ਲੇਸ਼ਕ ਜੁੜੇ ਆ, ਖਾਸ ਤੌਰ ਤੇ ਖੇਤੀ ਮਾਮਲਿਆਂ ਦੇ ਮਾਹਰ ਡਾਕਟਰ ਗਿਆਨ ਸਿੰਘ ਜੀ, ਤਿੰਨਾਂ ਦੇ ਆਪਾਂ ਧੰਨਵਾਦੀ ਹਾਂ। ਪਰ ਸਭ ਤੋਂ ਜਿਹੜਾ ਅਹਿਮ ਮੁੱਦਾ ਇਹ ਡਿਬੇਟ ਛੱਡ ਕੇ ਜਾ ਰਹੀ ਹੈ, 8 ਜਨਵਰੀ ਨੂੰ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਵਿਚਕਾਰ ਜਿਹੜੀ ਮੀਟਿੰਗ ਹੋ ਰਹੀ ਹੈ, ਕਿ ਉਹ ਮੀਟਿੰਗ ਦਾ ਕੋਈ ਸਿੱਟਾ ਨਿਕਲੇਗਾ ਜਾਂ ਪਿਛਲੀਆਂ 7 ਮੀਟਿੰਗਾਂ ਦੀ ਤਰ੍ਹਾਂ ਇਹ ਮੀਟਿੰਗ ਵੀ ਬੇਸਿੱਟਾ ਹੀ ਰਹੇਗੀ। ਇਸ ਮੁੱਦੇ ਤੇ ਰਾਵਾਂ ਵੱਖੋ ਵੱਖਰੀਆਂ ਹੋ ਸਕਦੀਆਂ, ਪਰ ਬਹੁਤ ਵੱਡੀ ਹਮਾਇਤ ਇਸ ਅੰਦੋਲਨ ਨੂੰ ਮਿਲ ਰਹੀ ਹੈ ਤੇ ਸਾਰਿਆਂ ਦੀ ਇਹ ਇੱਛਾ ਹੈ, ਸਾਰੇ ਚਾਹੁੰਦੇ ਹੈ ਕਿ ਇਸ ਮਸਲੇ ਦਾ ਫੌਰੀ ਤੌਰ ਤੇ ਹੱਲ ਨਿਕਲਣਾ ਚਾਹੀਦਾ ਹੈ, ਕਿਉਂਕਿ 70 ਕਿਸਾਨਾਂ ਦੀਆਂ ਜਾਨਾਂ ਚਲੇ ਜਾਣੀਆਂ ਬਹੁਤ ਵੱਡਾ ਸਵਾਲ ਜਿਹੜਾ ਹੈਗਾ ਕੇਂਦਰ ਦੇ ਵਤੀਰੇ ਤੇ ਉੱਠ ਰਿਹਾ ਹੈ। ਇਹਨਾਂ ਮੁੱਦਿਆਂ ਤੇ ਆਉਣ ਲਈ ਇੱਕ ਵਾਰ ਮੈਂ ਫਿਰ ਤੁਹਾਡੇ ਸਾਰਿਆਂ ਵੱਲੋਂ ਆਪਣੇ ਤਿੰਨੇ ਮਹਿਮਾਨਾਂ ਦਾ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਮੈਂ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।